ਸਵਾਗਤ ਕਰਦੇ ਹਾਂ ਤੁਹਾਡਾ ਸਾਡੇ YouTube ਚੈਨਲ ਲੈਂਡ ਆਫ ਡ੍ਰੀਮਸ ਤੇ। ਤਾਂ ਦੋਸਤੋ ਅੱਜ ਅਸੀਂ ਲੈ ਕੇ ਹਾਜ਼ਰ ਹੋਏ ਹਾਂ MCQ ਸਰਕੂਲੇਟਰੀ ਸਿਸਟਮ ਦੇ ਨਾਲ ਰਿਲੇਟਡ। ਤਾਂ ਕੋਸ਼ਿਸ਼ ਕਰਾਂਗੇ ਜਲਦੀ ਸਾਰੇ ਸਿਸਟਮਸ ਕੰਪਲੀਟ ਕਰਕੇ ਉਸ ਤੋਂ ਬਾਅਦ ਜਿਹੜਾ ਬਾਕੀ ਰਹਿੰਦਾ ਸਿਲੇਬਸ ਅਸੀਂ ਉਹ ਵੀ ਕੰਪਲੀਟ ਕਰ ਲਈਏ MCQs ਦੇ ਥਰੂ। ਤਾਂ ਦੋਸਤੋ ਸਾਡੀਆਂ ਜਿਹੜੀਆਂ ਵੀਡੀਓਜ਼ ਨੇ ਉਹਨਾਂ ਨੂੰ ਆਪਣੇ ਸਾਥੀਆਂ ਤੱਕ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਖਾਸ ਕਰ ਜਿਹੜੀ ਸਾਡੇ CDPs ਦੀ ਵੀਡੀਓਜ਼ ਬਣਾਈਆਂ ਨੇ, ਅਸੀਂ MCQs ਬਣਾਏ ਨੇ, ਪੁਰਾਣੇ ਪੇਪਰ ਨੇ ਜਿਹੜੇ ਉਹ ਡਿਸਕਸ ਕੀਤੇ ਨੇ, ਉਹਨਾਂ ਨੂੰ ਜਿਹੜੇ ਤੁਹਾਡੇ ਸਾਥੀ ਕਿਸੇ ਸਬਜੈਕਟ ਦੀ ਤਿਆਰੀ ਕਰ ਰਹੇ ਨੇ ਟੈਟ ਦੀ, ਤਾਂ ਉਹਨਾਂ ਤੱਕ ਜ਼ਰੂਰ ਪਹੁੰਚਾਓ ਤੇ ਕੋਸ਼ਿਸ਼ ਕਰੋ ਤੁਸੀਂ ਇਹ WhatsApp ਤੇ ਸ਼ੇਅਰ ਕਰ ਸਕਦੇ ਹੋ। WhatsApp ਤੇ ਸਟੇਟਸ ਆ ਜਿਹੜੇ ਉਹ ਲਗਾ ਕੇ ਰੱਖ ਸਕਦੇ ਹੋ। ਜਲਦੀ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਸਿਲੇਬਸ ਤੇ MCQs ਨੇ ਜਿਹੜੇ ਉਹ ਪੂਰੇ ਕਰ ਦਿੱਤੇ ਜਾਣ। ਤਾਂ ਆਓ ਦੋਸਤੋ ਸਟਾਰਟ ਕਰਦੇ ਹਾਂ ਜੀ ਅਸੀਂ ਆਪਣਾ ਅੱਜ ਦਾ ਇਹ ਲੈਕਚਰ। ਤਾਂ ਪਹਿਲਾ ਕੁਐਸਚਨ ਸਾਡਾ ਹੈਗਾ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਪ੍ਰਾਇਮਰੀ ਕੰਪੋਨੈਂਟ ਆਫ ਦਾ ਸਰਕੂਲੇਟਰੀ ਸਿਸਟਮ। ਤਾਂ ਸਰਕੂਲੇਟਰੀ ਸਿਸਟਮ ਦਾ ਪ੍ਰਾਇਮਰੀ ਕੰਪੋਨੈਂਟ ਕਿਹੜਾ ਨਹੀਂ ਹੈਗਾ ਜੀ ਇਸ ਹੇਠ ਲਿਖਿਆਂ ਦੇ ਵਿੱਚੋਂ। ਤਾਂ ਸਰਕੂਲੇਟਰੀ ਸਿਸਟਮ ਸਾਡੇ ਨਾਲ ਜਿਹੜੇ ਡਾਇਰੈਕਟਲੀ ਰਿਲੇਟਡ ਹੈਗੇ ਨੇ, ਹਾਰਟ ਹੈਗਾ ਜੀ, ਬਲੱਡ ਵੈਸਲਸ ਹੈਗੀਆਂ ਨੇ, ਬਲੱਡ ਹੈਗਾ, ਤਾਂ ਲੰਗਸ ਨੇ ਜਿਹੜੇ ਇਹ ਸੈਕੰਡਰੀ ਸਾਡੇ ਕੰਪੋਨੈਂਟ ਹੈਗੇ ਨੇ ਜਿਹੜੇ ਇਨਡਾਇਰੈਕਟਲੀ ਹਾਰਟ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਬਲੱਡ ਪਿਊਰੀਫਾਈ ਕਰਦੇ ਨੇ। ਤਾਂ ਇਹਦਾ ਰਾਈਟ ਆਨਸਰ ਆਏਗਾ ਜੀ ਲੰਗਸ। ਬਲੱਡ ਵੈਸਲਸ ਨੇ ਜਿਹੜੀਆਂ ਇਹਦੇ 'ਚ ਤਿੰਨ ਤਰ੍ਹਾਂ ਦੀਆਂ ਵੈਸਲ ਆਉਂਦੀਆਂ ਨੇ ਸਾਡੀਆਂ, ਆਰਟਰੀਜ਼ ਹੁੰਦੀਆਂ ਨੇ, ਵੇਨਸ ਹੁੰਦੀਆਂ ਨੇ ਅਤੇ ਤੀਸਰੀਆਂ ਹੁੰਦੀਆਂ ਨੇ ਸਾਡੀਆਂ ਕੈਪੀਲਰੀਜ਼। ਅਗਲਾ ਕੁਐਸਚਨ ਦੇਖ ਲਈਏ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਰਿਸਪੋਂਸੀਬਲ ਫॉर ਕੈਰਿੰਗ ਆਕਸੀਜਨੇਟਡ ਬਲੱਡ ਅਵੇ ਫਰੋਮ ਦਾ ਹਾਰਟ। ਤਾਂ ਆਕਸੀਜਨੇਟਡ ਬਲੱਡ ਆ ਜਿਹੜਾ ਉਹਨੂੰ ਦਿਲ ਤੋਂ ਬਾਹਰ ਲੈ ਕੇ ਜਾਣ ਦਾ ਕੰਮ ਕੌਣ ਕਰਦਾ ਜੀ? ਤਾਂ ਇਹ ਕਰਦੇ ਨੇ ਸਾਡੀਆਂ ਆਰਟਰੀਜ਼ ਕਰਦੇ ਨੇ। ਆਰਟਰੀਜ਼ ਨੇ ਜਿਹੜੀਆਂ ਉਹ ਸਾਰੀਆਂ ਦੀਆਂ ਸਾਰੀਆਂ ਕੀ ਕਰਦੀਆਂ ਨੇ ਜੀ, ਖੂਨ ਨੂੰ ਦਿਲ ਤੋਂ ਬਾਹਰ ਲੈ ਕੇ ਜਾਂਦੀਆਂ ਨੇ। ਲਗਭਗ ਸਾਰੀਆਂ ਜਿਹੜੀਆਂ ਆਰਟਰੀਜ਼ ਨੇ ਉਹਨਾਂ ਦੇ ਵਿੱਚ ਪਿਓਰ ਜਾਂ ਆਕਸੀਜਨੇਟਡ ਬਲੱਡ ਹੀ ਹੁੰਦਾ, ਪਰ ਜਿਹੜੀਆਂ ਐਕਸੈਪਸ਼ਨਲ ਨੇ ਦੋ ਜਿਹੜੀਆਂ ਸਾਡੇ ਫੇਫੜਿਆਂ ਤੱਕ ਖੂਨ ਲੈ ਕੇ ਜਾਂਦੀਆਂ ਨੇ, ਤਾਂ ਉਹਨਾਂ ਦੇ ਵਿੱਚ ਜਿਹੜਾ ਬਲੱਡ ਹੈ ਉਹ ਡੀਆਕਸੀਜਨੇਟਡ ਹੁੰਦਾ। ਜਾਂ ਜਿਹੜੀ ਇੱਕ ਮਦਰ ਦੇ ਜਦੋਂ ਕੁੱਖ ਦੇ ਵਿੱਚ ਬੱਚਾ ਹੁੰਦਾ ਤਾਂ ਨਾੜੂਏ ਰਾਹੀਂ ਰਾਹੀਂ ਜੁੜਿਆ ਹੁੰਦਾ, ਤਾਂ ਉੱਥੇ ਵੀ ਜਿਹੜੀਆਂ ਆਰਟਰੀਜ਼ ਹੁੰਦੀਆਂ ਨੇ ਜਿਹੜੀਆਂ ਖੂਨ ਅੰਦਰ ਲੈ ਕੇ ਜਾਂਦੀਆਂ ਨੇ, ਜਿਹੜੀਆਂ ਉੱਥੋਂ ਬਾਹਰ ਖੂਨ ਕੱਢ ਕੇ ਲਿਆਉਂਦੀਆਂ ਨੇ ਉਹ ਆਰਟਰੀਜ਼ ਕੱਢਦੀਆਂ ਨੇ, ਤਾਂ ਉਹਨਾਂ ਦੇ ਵਿੱਚ ਡੀਆਕਸੀਜਨੇਟਡ ਬਲੱਡ ਹੁੰਦਾ ਅਤੇ ਅੰਦਰ ਵੇਨਸ ਲੈ ਕੇ ਜਾਂਦੀਆਂ ਨੇ ਉਹਨਾਂ ਦੇ ਵਿੱਚ ਆਕਸੀਜਨੇਟਡ ਬਲੱਡ ਹੁੰਦਾ। ਤਾਂ ਇਹ ਦੋ ਐਕਸੈਪਸ਼ਨਲ ਹੈਗੀਆਂ ਨੇ, ਅਦਰਵਾਈਜ਼ ਆਰਟਰੀਜ਼ ਨੇ ਜਿਹੜੀਆਂ ਸਾਰੀਆਂ ਉਹਨਾਂ ਦੇ ਵਿੱਚ ਆਕਸੀਜਨੇਟਡ ਬਲੱਡ ਹੀ ਹੁੰਦਾ। ਅਗਲਾ ਕੁਐਸਚਨ ਦੇਖ ਲਈਏ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਰਿਸਪੋਂਸੀਬਲ ਫॉर ਕੈਰਿੰਗ ਡੀਆਕਸੀਜਨੇਟਡ ਬਲੱਡ ਬੈਕ ਟੂ ਦਾ ਹਾਰਟ। ਤਾਂ ਡੀਆਕਸੀਜਨੇਟਡ ਬਲੱਡ ਹੈ ਜਿਹੜਾ ਉਹਨੂੰ ਬੈਕ ਹਾਰਟ ਦੇ ਵਿੱਚ ਲੈ ਕੇ ਕੌਣ ਆਉਂਦਾ ਜੀ? ਤਾਂ ਡੀਆਕਸੀਜਨੇਟਡ ਬਲੱਡ ਨੂੰ ਵਾਪਸ ਲੈ ਕੇ ਆਉਂਦੀਆਂ ਨੇ ਸਾਡੀਆਂ ਵੇਨਸ। ਉਹੀ ਸੇਮ ਐਕਸੈਪਸ਼ਨ ਹੈਗੀ ਹੈ ਕਿ ਆਕਸੀਜਨੇਟਡ ਬਲੱਡ ਜਦੋਂ ਫੇਫੜਿਆਂ ਤੋਂ ਵਾਪਸ ਵੇਨਸ ਦੇ ਰਾਹੀਂ ਬਲੱਡ ਸਾਡੇ ਹਾਰਟ ਦੇ ਵਿੱਚ ਆਉਂਦਾ ਤਾਂ ਉਹ ਆਕਸੀਜਨੇਟਡ ਹੁੰਦਾ, ਬਟ ਮੋਸਟ ਆਫ ਦਾ ਵੇਨਸ ਨੇ ਜਿਹੜੀਆਂ ਉਹ ਡੀਆਕਸੀਜਨੇਟਡ ਬਲੱਡ ਨੂੰ ਸਾਡੇ ਦਿਲ ਦੇ ਰਾਈਟ ਔਰੀਕਲ ਦੇ ਵਿੱਚ ਲੈ ਕੇ ਆਉਂਦੀਆਂ ਨੇ। ਅਗਲਾ ਕੁਐਸਚਨ ਦੇਖ ਲਈਏ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਰਿਸਪੋਂਸੀਬਲ ਫॉर ਦਾ ਐਕਸਚੇਂਜ ਆਫ ਨਿਊਟ੍ਰੀਐਂਟਸ, ਆਕਸੀਜਨ ਐਂਡ ਵੇਸਟ ਪ੍ਰੋਡਕਟਸ ਬਿਟਵੀਨ ਦਾ ਬਲੱਡ ਐਂਡ ਬੋਡੀ ਟਿਸ਼ੂਜ਼। ਤਾਂ ਜਿਹੜੇ ਸਾਡੇ ਨਿਊਟ੍ਰੀਐਂਟਸ, ਆਕਸੀਜਨ ਅਤੇ ਵੇਸਟ ਪ੍ਰੋਡਕਟ ਨੇ ਇਹਨਾਂ ਨੂੰ ਬਲੱਡ ਅਤੇ ਬੋਡੀ ਟਿਸ਼ੂਜ਼ ਨੇ ਜਿਹੜੇ ਉਹਨਾਂ ਦੇ ਵਿੱਚ ਐਕਸਚੇਂਜ ਕਰਾਉਣ ਦਾ ਕੰਮ ਕੌਣ ਕਰਦਾ ਜੀ? ਆਰਟਰੀਜ਼, ਵੇਨਸ, ਕੈਪੀਲਰੀਜ਼ ਜਾਂ ਸਾਰੀਆਂ। ਤਾਂ ਇਹਦਾ ਰਾਈਟ ਆਨਸਰ ਆਊਗਾ ਕੈਪੀਲਰੀਜ਼। ਤਾਂ ਜਿਹੜਾ ਇਹ ਐਕਸਚੇਂਜ ਵਰਕ ਹੈ ਮੋਸਟਲੀ ਇਹ ਕਾਹਦੇ ਵਿੱਚ ਹੁੰਦਾ? ਕੈਪੀਲਰੀਜ਼ ਦੇ ਵਿੱਚ ਹੁੰਦਾ। ਨੈਕਸਟ ਕੁਐਸਚਨ ਦੇਖ ਲਈਏ ਜੀ, ਵਿਚ ਆਫ ਦਾ ਫੋਲੋਇੰਗ ਸਰਕਟ ਕੈਰੀਜ਼ ਡੀਆਕਸੀਜਨੇਟਡ ਬਲੱਡ ਫਰੋਮ ਦਾ ਹਾਰਟ ਟੂ ਦਾ ਲੰਗਸ ਐਂਡ ਰਿਟਰਨ ਆਕਸੀਜਨੇਟਡ ਬਲੱਡ ਟੂ ਦਾ ਹਾਰਟ। ਤਾਂ ਕਿਹੜਾ ਸਿਸਟਮ ਹੈ ਜੀ ਜਿਹੜਾ ਗੰਦੇ ਖੂਨ ਨੂੰ ਸਾਡੇ ਦਿਲ ਤੋਂ ਫੇਫੜਿਆਂ ਤੱਕ ਲੈ ਕੇ ਜਾਂਦਾ ਅਤੇ ਫੇਫੜਿਆਂ ਤੋਂ ਖੂਨ ਸ਼ੁੱਧ ਕਰਕੇ ਸਾਡੇ ਦਿਲ ਤੱਕ ਵਾਪਸ ਲੈ ਕੇ ਆਉਂਦਾ? ਤਾਂ ਸਾਡੇ ਲੰਗਸ ਨੇ ਜਿਹੜੇ ਇਹਨਾਂ ਨਾਲ ਜੁੜਿਆ ਹੋਇਆ ਬਲੱਡ ਹੈ ਜੀ, ਇਹਨਾਂ ਨੂੰ ਸਾਇੰਟੀਫਿਕ ਜਿਹੜੀ ਲੈਂਗੁਏਜ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਪਲਮਨਰੀ। ਅਤੇ ਇਹਦਾ ਰਾਈਟ ਆਨਸਰ ਆਏਗਾ ਪਲਮਨਰੀ ਸਰਕਟ। ਤਾਂ ਪਲਮਨਰੀ ਵਰਡ ਹੈ ਜਿਹੜਾ ਕਿਹਦੇ ਲਈ ਯੂਜ਼ ਕੀਤਾ ਜਾਂਦਾ ਜੀ? ਸਾਡੇ ਫੇਫੜਿਆਂ ਦੇ ਲਈ। ਨੈਕਸਟ ਹੈ ਜੀ, ਵਿਚ ਆਫ ਦਾ ਫੋਲੋਇੰਗ ਸਰਕਟ ਕੈਰੀਜ਼ ਆਕਸੀਜਨੇਟਡ ਬਲੱਡ ਫਰੋਮ ਦਾ ਹਾਰਟ ਟੂ ਦਾ ਰੈਸਟ ਆਫ ਦਾ ਬੋਡੀ ਐਂਡ ਰਿਟਰਨਸ ਡੀਆਕਸੀਜਨੇਟਡ ਬਲੱਡ ਟੂ ਦਾ ਹਾਰਟ। ਤਾਂ ਸਾਡੇ ਦਿਲ ਦੇ ਵਿੱਚੋਂ ਸ਼ੁੱਧ ਖੂਨ ਦਿਲ ਤੋਂ ਬਾਹਰ ਲੈ ਕੇ ਜਾਂਦਾ ਹੈ ਅਤੇ ਉਸ ਤੋਂ ਬਾਅਦ ਅਸ਼ੁੱਧ ਖੂਨ ਹੈ ਜਿਹੜਾ ਵਾਪਸ ਦਿਲ ਤੱਕ ਪਹੁੰਚਦਾ। ਇਹ ਸਾਰੇ ਸਰਕਲ ਨੂੰ ਕੀ ਕਹਿੰਦੇ ਆ ਜੀ? ਇਸ ਨੂੰ ਬੋਲਿਆ ਜਾਂਦਾ ਸਿਸਟੇਮੈਟਿਕ ਸਰਕਟ। ਇਸ ਤੋਂ ਬਿਨਾਂ ਇੱਕ ਕੋਰਨਰੀ ਸਰਕਟ ਵੀ ਹੁੰਦਾ ਜਿਹਦੇ ਵਿੱਚ ਦਿਲ ਹੈ ਜਿਹੜਾ ਦਿਲ ਨੂੰ ਕੰਮ ਕਰਨ ਵਾਸਤੇ ਵੀ ਨਿਊਟ੍ਰੀਐਂਟਸ ਚਾਹੀਦੇ ਨੇ, ਤਾਂ ਉਹ ਬਲੱਡ ਜਿਹੜਾ ਸਾਡੇ ਦਿਲ ਦੇ ਆਲੇ ਦੁਆਲੇ ਸਰਕੂਲੇਟ ਹੁੰਦਾ, ਜਾਂ ਦਿਲ ਦੀਆਂ ਜਿਹੜੀਆਂ ਸਾਡੀਆਂ ਪਰਤਾਂ ਨੇ ਸਪੈਸ਼ਲੀ ਜਿਹੜੀ ਸਾਡੀ ਮਾਇਓਕਾਰਡੀਅਮ ਹੈ, ਤਾਂ ਉਹਦੇ ਵਿੱਚ ਜਿਹੜਾ ਬਲੱਡ ਸਰਕੂਲੇਸ਼ਨ ਹੁੰਦਾ ਸਾਡਾ ਉਹਨੂੰ ਅਸੀਂ ਬੋਲਦੇ ਹਾਂ ਕੋਰਨਰੀ ਸਰਕੂਲੇਸ਼ਨ। ਤਾਂ ਇਹ ਤੋਂ ਥੋੜ੍ਹਾ ਜਿਹਾ ਤੁਸੀਂ ਸਮਝ ਸਕਦੇ ਹੋ ਕਿ ਕੀ ਹੁੰਦਾ। ਤਾਂ ਇਹ ਦੇਖੋ ਜਦੋਂ ਬਲੱਡ ਹੈ ਜਿਹੜਾ ਸਾਡਾ ਇੱਥੋਂ ਪਿਓਰੀਫਾਈ ਹੋ ਕੇ
ਇੱਥੇ ਪਹੁੰਚਦਾ ਜੀ। ਪਿਓਰੀਫਾਈ ਹੋਣ ਤੋਂ ਬਾਅਦ ਫਿਰ ਵਾਪਸ ਚਲਾ ਜਾਂਦਾ। ਇੱਥੇ ਕੈਪਲਰੀਜ਼ ਆ ਗਈਆਂ, ਕੈਪਲਰੀਜ਼ ਦੇ ਵਿੱਚੋਂ ਉਸ ਤੋਂ ਬਾਅਦ ਬੇਨਸ ਦੇ ਵਿੱਚ ਚਲਾ ਜਾਂਦਾ। ਬੇਨਸ ਇਕੱਠਾ ਕਰਕੇ ਵੈਨਾ ਕੋਵਾ ਅਤੇ ਸੁਪੀਰੀਅਰ ਵੈਨਾ ਕੋਵਾ ਦੇ ਰਾਹੀਂ ਇੱਥੇ ਸਾਡੇ ਦਿਲ ਦੇ ਸੱਜੇ ਪਾਸੇ ਲਿਆਉਂਦੇ ਨੇ। ਇੱਥੋਂ ਫਿਰ ਸਾਫ਼ ਹੋਣ ਵਾਸਤੇ ਸਾਡੇ ਫੇਫੜਿਆਂ ਕੋਲ ਚਲਾ ਜਾਂਦਾ ਜੀ। ਫੇਫੜਿਆਂ ਤੋਂ ਪਾਸ ਹੋ ਕੇ ਫਿਰ ਸਾਡੇ ਦਿਲ 'ਚ ਆਉਂਦਾ, ਫਿਰ ਨੀਚੇ ਔਰਟਰਾ ਦੇ ਵਿੱਚ ਆ ਜਾਂਦਾ, ਫਿਰ ਨਿਕਲ ਕੇ ਵਾਪਸ ਦਿਲ ਦੇ ਵਿੱਚ ਦਿਲ ਤੋਂ ਵਾਪਸ ਜਿਹੜਾ ਬੋਡੀ ਤੱਕ ਜਾਂਦਾ। ਬੋਡੀ ਤੋਂ ਬਾਅਦ ਫਿਰ ਡੀਆਕਸੀਜਨੇਟ ਹੋਣ ਤੋਂ ਬਾਅਦ ਦਿਲ ਦੇ ਸੱਜੇ ਪਾਸੇ 'ਤੇ ਸਰਕਲ ਲਗਾਤਾਰ ਘੁੰਮਦਾ ਰਹਿੰਦਾ ਜੀ। ਤਾਂ ਇਹ ਸਾਡੇ ਹਾਰਟ ਦਾ ਜਿਹੜਾ ਦੇਖ ਸਕਦੇ ਹੋ ਕਿ ਵਰਕਿੰਗ ਕੰਡੀਸ਼ਨ ਕੀ ਨੇ ਸਾਡੇ ਹਾਰਟ ਦੀਆਂ। ਅਗਲਾ ਕੁਐਸਚਨ ਦੇਖ ਲਈਏ, ਵਿਚ ਆਫ ਦਾ ਫੋਲੋਇੰਗ ਇਜ਼ ਰਿਸਪੌਂਸੀਬਲ ਫॉर ਟਰਾਂਸਪੋਰਟਿੰਗ ਆਕਸੀਜਨ ਫਰੋਮ ਦਾ ਲੰਗਸ ਟੂ ਦਾ ਬੋਡੀ ਟਿਸ਼ੂਜ਼ ਐਂਡ ਕਾਰਬਨ ਡਾਈਆਕਸਾਈਡ ਫਰੋਮ ਦਾ ਟਿਸ਼ੂਜ਼ ਟੂ ਦਾ ਲੰਗਸ। ਤਾਂ ਦੇਖੋ ਜੀ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਜਿਹੜਾ ਉਹ ਕੰਪੋਨੈਂਟ ਹੈਗਾ ਹੇਠ ਲਿਖਿਆਂ ਦੇ ਵਿੱਚੋਂ ਜਿਹੜਾ ਰਿਸਪੌਂਸੀਬਲ ਹੈ ਆਕਸੀਜਨ ਨੂੰ ਕੈਰੀ ਕਰਨ ਦੇ ਲਈ। ਲੰਗਸ ਤੋਂ ਆਕਸੀਜਨ ਲੈਂਦਾ ਅਤੇ ਕਾਰਬਨ ਡਾਈਆਕਸਾਈਡ ਉਹਨਾਂ ਦੇ ਰਾਹੀਂ ਬਾਹਰ ਹੀ ਕੱਢਦਾ ਹੈ ਨਾ, ਅਤੇ ਟਿਸ਼ੂਜ਼ ਦੇ ਰਾਹੀਂ ਐਕਸਚੇਂਜ ਕਰਦਾ। ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਜੀ ਸਾਡੇ ਕੋਲੇ, ਤਾਂ ਉਹ ਰਾਈਟ ਆਨਸਰ ਸਾਡੇ ਕੋਲ ਇਹਦਾ ਹੈਗਾ ਜੀ ਰੈੱਡ ਬਲੱਡ ਸੈੱਲ। ਤਾਂ ਰੈੱਡ ਬਲੱਡ ਸੈੱਲ ਨੇ ਜਿਹੜੇ ਇਹ ਦੇਖ ਲਈਏ ਮੇਨਲੀ ਜਿਹੜੇ ਰੈੱਡ ਬਲੱਡ ਸੈੱਲ ਨੇ ਸਾਡੇ ਉਹਦੇ ਵਿੱਚ HB ਪਾਇਆ ਜਾਂਦਾ। HB ਮਤਲਬ ਕੀ ਹੁੰਦਾ ਜੀ, ਇਹਦੇ ਵਿੱਚ ਆਕਸੀਜਨ ਪਲੱਸ ਕੀ ਹੁੰਦਾ ਆਇਰਨ। ਤਾਂ ਸਾਡੀ ਬੋਡੀ ਦੇ ਵਿੱਚ ਸਿਰਫ ਅਤੇ ਸਿਰਫ ਇੱਕ ਆਇਰਨ ਇਹੋ ਜਿਹਾ ਐਲੀਮੈਂਟ ਹੈ, ਇਹੋ ਜਿਹਾ ਮਿਨਰਲ ਹੈ ਜਿਹਦੇ ਨਾਲ ਕਿ ਆਕਸੀਜਨ ਅਟੈਚ ਹੋ ਸਕਦੀ ਹੈ। ਜਿਹੜਾ ਅਸੀਂ ਸਾਹ ਲੈਂਦੇ ਹਾਂ ਤਾਂ ਸਾਹ ਲੈਣ ਦਾ ਮਤਲਬ ਇਹ ਹੈ ਕਿ ਆਕਸੀਜਨ ਸਾਡੀ ਕਿਹਦੇ ਨਾਲ ਬਾਈਂਡ ਹੋਏਗੀ, ਸਿਰਫ ਅਤੇ ਸਿਰਫ ਆਇਰਨ ਨਾਲ। ਤਾਂ ਹੀ ਅਸੀਂ ਡਾਕਟਰ ਕੋਲ ਜਾ ਕੇ ਕੀ ਚੈੱਕ ਕਰਾਉਂਦੇ ਹਾਂ ਕਿ HB ਕਿੰਨਾ, ਕਿਉਂਕਿ ਜੇ HB ਘਟੂਗਾ ਇਟ ਮੀਨਸ ਕੀ ਆ ਸਾਡੇ ਸਰੀਰ ਦੇ ਵਿੱਚ ਆਕਸੀਜਨ ਦਾ ਲੈਵਲ ਘਟੂਗਾ। ਤਾਂ ਹੀ ਡਾਕਟਰ ਸਾਨੂੰ ਕੀ ਕਹਿੰਦੇ ਨੇ ਜੀ, ਫੋਲਿਕ ਐਸਿਡ ਵਗੈਰਾ ਦਿੰਦੇ ਨੇ, ਉਹ ਆਇਰਨ ਖਾਣ ਦੇ ਲਈ ਦਿੰਦੇ ਨੇ, ਕਿਉਂਕਿ ਜਿੰਨਾ ਜ਼ਿਆਦਾ ਆਇਰਨ ਹੋਏਗਾ ਉਨੀ ਜ਼ਿਆਦਾ ਸਾਡੇ ਸਰੀਰ ਦੇ ਵਿੱਚ ਕੀ ਹੋਏਗੀ ਆਕਸੀਜਨ ਹੋਏਗੀ। ਤਾਂ ਰੈੱਡ ਬਲੱਡ ਸੈੱਲ ਨੇ ਜਿਹੜੇ ਉਹ ਕੀ ਕੈਰੀ ਕਰਦੇ ਨੇ ਜੀ, ਆਕਸੀਜਨ ਨੂੰ ਕੈਰੀ ਕਰਦੇ ਨੇ, ਕਿਉਂਕਿ ਰੈੱਡ ਬਲੱਡ ਸੈੱਲ ਦੇ ਵਿੱਚ ਕੀ ਹੈਗਾ ਜੀ ਆਇਰਨ। ਤਾਂ ਇਹ ਯਾਦ ਰੱਖਿਓ। ਨੈਕਸਟ ਦੇਖਦੇ ਹਾਂ ਜੀ ਅੱਗੇ। ਤਾਂ ਨੈਕਸਟ ਕੁਐਸਚਨ ਸਾਡਾ ਹੈਗਾ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਰਿਸਪੌਂਸੀਬਲ ਫॉर ਪ੍ਰੋਟੈਕਟਿੰਗ ਦਾ ਬੋਡੀ ਅਗੇਂਸਟ ਇਨਫੈਕਸ਼ਨ। ਤਾਂ ਇਨਫੈਕਸ਼ਨ ਦੇ ਨਾਲ ਕੌਣ ਲੜਦਾ ਜੀ, ਤਾਂ ਸਾਡੇ ਜਿਹੜੇ ਸੈਨਿਕ ਮੇਨ ਹੈਗੇ ਨੇ ਉਹ ਹੈਗੇ ਨੇ ਵਾਈਟ ਬਲੱਡ ਸੈੱਲਸ, ਚਿੱਟੇ ਲਹੂ ਕਣ ਹੈਗੇ ਨੇ ਜੀ। ਨੈਕਸਟ ਹੈਗਾ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਰਿਸਪੌਂਸੀਬਲ ਫॉर ਬਲੱਡ ਕਲੌਟਿੰਗ ਐਂਡ ਪ੍ਰੀਵੈਂਟਿੰਗ ਐਕਸੈਸਿਵ ਬਲੀਡਿੰਗ। ਤਾਂ ਸਾਡੇ ਸਰੀਰ ਦੇ ਵਿੱਚ ਕਲੌਟਿੰਗ ਦਾ ਕੰਮ ਕੌਣ ਕਰਦਾ ਜੀ, ਅਤੇ ਜੇ ਜ਼ਿਆਦਾ ਖੂਨ ਬਹਿਣ ਤੋਂ ਰੋਕਣ ਦਾ ਕੰਮ ਕੌਣ ਕਰਦਾ, ਇਹ ਕਰਦੇ ਨੇ ਸਾਡੇ ਸਰੀਰ ਦੇ ਵਿੱਚ ਪਲੇਟਲੈਟਸ। ਇਹਦਾ ਰਾਈਟ ਆਨਸਰ ਆਏਗਾ ਜੀ ਪਲੇਟਲੈਟਸ। ਤਾਂ ਮੋਸਟ ਆਫ ਦਾ ਜਿਹੜੇ ਸਾਡੇ ਸਰੀਰ ਦੇ ਵਿੱਚ ਕਣ ਪਾਏ ਜਾਂਦੇ ਨੇ, ਲਾਲ ਲਹੂ ਕਣ ਸਭ ਤੋਂ ਜ਼ਿਆਦਾ ਹੁੰਦੇ ਨੇ, ਅਤੇ ਲਾਲ ਲਹੂ ਕਣਾਂ ਦੀ ਉਮਰ ਹੁੰਦੀ ਹੈ ਜਿਹੜੀ ਉਹ 120 ਦਿਨ ਹੁੰਦੀ ਹੈ। ਵਾਈਟ ਬਲੱਡ ਸੈੱਲ ਇਹਨਾਂ ਦੀ ਜਿਹੜੀ ਉਮਰ ਹੁੰਦੀ ਹੈ ਇਹ ਮੇਰਾ ਖਿਆਲ ਹੈ ਹੁੰਦੀ ਹੈ ਜੀ 13 ਤੋਂ 20 ਕੁ ਦਿਨ ਦੀ, ਅਤੇ ਪਲੇਟਲੈਟਸ ਦੀ 7 ਤੋਂ 10 ਕੁ ਦਿਨ ਹੁੰਦੀ ਹੈ। ਬਾਕੀ ਇੱਕ ਵਾਰ ਕ੍ਰੋਸ ਚੈੱਕ ਵੀ ਕਰ ਲਿਓ। ਇਹ ਸਭ ਤੋਂ ਜ਼ਿਆਦਾ ਵੱਡਾ ਪਾਰਟ ਜਿਹੜੇ ਸਾਡੇ ਬਲੱਡ ਸੈੱਲ ਨੇ ਉਹਨਾਂ ਦਾ ਬਣਦਾ ਉਹ ਹੈਗੇ ਨੇ ਰੈੱਡ ਬਲੱਡ ਸੈੱਲ ਹੈ ਨਾ। ਅਤੇ ਦੂਸਰਾ ਇਹ ਸਾਰੇ ਜਿਹੜੇ ਹੈਗੇ ਨੇ ਸਾਡੇ ਤਿੰਨੋਂ ਸੈੱਲ ਇਹ ਸਾਡੇ ਹੱਡੀਆਂ ਦੇ ਬੋਨ ਮੈਰੋ ਦੇ ਵਿੱਚ ਪ੍ਰੋਡਿਊਸ ਹੁੰਦੇ ਨੇ। ਅਗਲਾ ਕੁਐਸਚਨ ਦੇਖ ਲਿਆ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਦਾ ਲਿਕੁਇਡ ਕੰਪੋਨੈਂਟ ਆਫ ਬਲੱਡ। ਬਲੱਡ ਦਾ ਲਿਕੁਇਡ ਕੰਪੋਨੈਂਟ ਕਿਹੜਾ ਹੈ ਜਿਹੜਾ ਕਿ ਨਿਊਟਰੀਐਂਟ ਹਾਰਮੋਨ ਅਤੇ ਵੇਸਟ ਪ੍ਰੋਡਕਟ ਨੂੰ ਬੋਡੀ ਦੇ ਵਿੱਚ ਸਰਕੂਲੇਟ ਕਰਦਾ। ਤਾਂ ਰਾਈਟ ਆਨਸਰ ਹੈਗਾ ਜੀ ਪਲਾਜ਼ਮਾ। ਪਲਾਜ਼ਮਾ ਜਿਹੜਾ 55% ਸਾਡੀ ਬੋਡੀ ਦੇ ਵਿੱਚ ਪਾਇਆ ਜਾਂਦਾ ਹੈ, ਅਤੇ 55% ਪਲਾਜ਼ਮਾ ਦੇ ਵਿੱਚ ਅੱਗੇ 90% ਤੱਕ ਕੀ ਹੁੰਦਾ ਹੈ ਜੀ ਪਾਣੀ ਹੁੰਦਾ, ਵਾਟਰ ਕੰਟੈਂਟ ਹੁੰਦਾ ਹੈ। ਨੈਕਸਟ ਕੁਐਸਚਨ ਦੇਖ ਲਈਏ, ਵਿਚ ਆਫ ਦਾ ਫੋਲੋਇੰਗ ਇਜ਼ ਰਿਸਪੌਂਸੀਬਲ ਫॉर ਮੇਨਟੇਨਿੰਗ ਫਲੂਇਡ ਬੈਲੈਂਸ ਇਨ ਦਾ ਬੋਡੀ ਐਂਡ ਪਲੇਜ਼ ਅ ਰੋਲ ਇਨ ਦਾ ਇਮਿਊਨ ਸਿਸਟਮ ਬਾਈ ਟਰਾਂਸਪੋਰਟਿੰਗ ਵਾਈਟ ਬਲੱਡ ਸੈੱਲਸ ਐਂਡ ਐਂਟੀਬੋਡੀਜ਼ ਥਰੂ ਆਊਟ ਦਾ ਬੋਡੀ। ਤਾਂ ਸਾਡੇ ਸਰੀਰ ਦੇ ਵਿੱਚ ਫਲੂਇਡ ਬੈਲੈਂਸ ਕੌਣ ਬਣਾ ਕੇ ਰੱਖਦਾ ਹੈ ਜੀ, ਅਤੇ ਇਮਿਊਨਿਟੀ ਸਿਸਟਮ ਵਾਸਤੇ ਵਾਈਟ ਬਲੱਡ ਸੈੱਲ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਭੇਜਣ ਦਾ ਕੰਮ ਕੌਣ ਕਰਦਾ। ਇਹਦਾ ਰਾਈਟ ਆਨਸਰ ਹੈਗਾ ਜੀ ਲਿੰਫੈਟਿਕ ਸਿਸਟਮ। ਅਗਲਾ ਕੁਐਸਚਨ ਦੇਖ ਲਈਏ, ਵਿਚ ਆਫ ਦਾ ਫੋਲੋਇੰਗ ਕੰਡੀਸ਼ਨ ਅਕਰਸ ਵੈਨ ਦਾ ਫੋਰਸ ਆਫ ਬਲੱਡ ਅਗੇਂਸਟ ਦਾ ਆਰਟਰੀ ਵਾਲਜ਼ ਇਜ਼ ਕੰਸਿਸਟੈਂਟਲੀ ਟੂ ਹਾਈ। ਤਾਂ ਜਦੋਂ ਸਾਡੇ ਸਰੀਰ ਦੇ ਵਿੱਚ ਜਿਹੜੀਆਂ ਨਾੜਾਂ ਨੇ, ਬਲੱਡ ਵੈਸਲਸ ਨੇ, ਉਹਨਾਂ ਦੀਆਂ ਦੀਵਾਰਾਂ ਦੇ ਉੱਪਰ ਯਾਨੀ ਕਿ ਧਮਨੀਆਂ ਦੀਆਂ ਦੀਵਾਰਾਂ ਦੇ ਉੱਪਰ ਜਿਹੜਾ ਪ੍ਰੈਸ਼ਰ ਹੈ ਉਹ ਬਹੁਤ ਜ਼ਿਆਦਾ ਹਾਈ ਹੋਵੇ ਤਾਂ ਉਹਨੂੰ ਅਸੀਂ ਕੀ ਕਹਾਂਗੇ, ਉਹਨੂੰ ਕਹਿੰਦੇ ਹਾਂ ਜੀ ਅਸੀਂ ਹਾਈਪਰ ਟੈਂਸ਼ਨ। ਤਾਂ ਇਹਨੂੰ ਤੁਸੀਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਰਾਹੀਂ ਸਮਝ ਸਕਦੇ ਹੋ। ਮੰਨ ਲਓ ਤੁਹਾਡੇ ਘਰੇ ਇੱਕ ਪਾਈਪ ਹੈ, ਪਾਈਪ ਨੂੰ ਤੁਸੀਂ ਨੇ ਇੱਕ ਟੂਟੀ ਦੇ ਉੱਪਰ ਚੜ੍ਹਾ ਲਿਆ, ਟੂਟੀ ਚਲਾਤੀ ਤਾਂ ਪਾਈਪ ਦੇ ਵਿੱਚੋਂ ਪਾਣੀ ਕ੍ਰੋਸ ਹੋ ਰਿਹਾ, ਅਤੇ ਜੇਕਰ ਤੁਸੀਂ ਪਾਈਪ ਨੂੰ ਅੱਗੇ ਤੋਂ ਬੰਦ ਕਰ ਲੈਂਦੇ ਹੋ ਤਾਂ ਪਾਈਪ ਹੈ ਜਿਹੜੀ ਉਹਦੇ 'ਚ ਪ੍ਰੈਸ਼ਰ ਵੱਧ ਜੂਗਾ ਹੈ ਨਾ, ਉਹ ਹੋ ਸਕਦਾ ਕਿਤੋਂ ਵੀ ਲੀਕ ਹੋ ਸਕਦੀ ਹੈ, ਵਿੱਚੋਂ ਕਿਤੋਂ ਵੀ ਫਟ ਸਕਦੀ ਹੈ ਉਹ। ਤਾਂ ਸੇਮ ਕੀ ਹੈ ਸਾਡੇ ਦਿਲ ਬੋਡੀ ਦੇ ਵਿੱਚ ਵੀ ਬਲੱਡ ਵੈਸਲਸ ਹੈਗੀਆਂ ਨੇ। ਤਾਂ ਜਦੋਂ ਬਲੱਡ ਹੈ ਹਾਰਟ ਹੈ ਜਿਹੜਾ ਸਾਡਾ ਉਹ ਪੰਪ ਕਰਦਾ, ਹਾਰਟ ਨੂੰ ਸਾਡੇ ਨੂੰ ਪੰਪਿੰਗ ਔਰਗਨ ਵੀ ਕਿਹਾ ਜਾਂਦਾ ਹੈ।
ਜਦੋਂ ਹਾਰਟ ਬਲੱਡ ਨੂੰ ਪੰਪ ਕਰਦਾ ਤਾਂ ਜਿਵੇਂ ਇੱਕ ਪਾਈਪ ਹੈ ਜਿਹੜੀ ਉਹਦੇ ਦੀਵਾਰਾਂ ਦੇ ਉੱਪਰ ਪਾਣੀ ਪ੍ਰੈਸ਼ਰ ਪਾਉਂਦਾ ਹੈ, ਉਸੇ ਤਰੀਕੇ ਦੇ ਨਾਲ ਬਲੱਡ ਹੈ ਜਿਹੜਾ ਉਹ ਸਾਡੀਆਂ ਲਹੂ ਦੀਆਂ ਨਾੜੀਆਂ ਨੇ ਜਿਹੜੀਆਂ ਉਹਨਾਂ ਦੇ ਦੀਵਾਰਾਂ ਦੇ ਉੱਪਰ ਦਬਾਅ ਬਣਾਉਂਦਾ, ਜਿਹਨੂੰ ਅਸੀਂ ਬਲੱਡ ਪ੍ਰੈਸ਼ਰ ਕਹਿ ਦਿੰਦੇ ਹਾਂ। ਜੇਕਰ ਇਹ ਵਧਿਆ ਹੁੰਦਾ ਤਾਂ ਇਹਨੂੰ ਅਸੀਂ ਹਾਈਪਰਟੈਂਸ਼ਨ ਕਹਿ ਦਿੰਦੇ ਹਾਂ, ਅਤੇ ਜੇਕਰ ਇਹ ਟੂ ਲੋ ਹੋਵੇ, ਜੇਕਰ ਇਹ ਘਟਿਆ ਹੋਵੇ ਤਾਂ ਅਸੀਂ ਇਹਨੂੰ ਕੀ ਕਹਿ ਦਿੰਦੇ ਹਾਂ ਜੀ, ਹਾਈਪੋਟੈਂਸ਼ਨ। ਹਾਈਪਰ ਵਰਡ ਵਰਤਿਆ ਜਾਂਦਾ ਜ਼ਿਆਦਾ ਲਈ, ਵੱਧ ਦੱਸਣ ਦੇ ਲਈ। ਹਾਈਪੋ ਵਰਤਿਆ ਜਾਂਦਾ ਘੱਟ ਦੱਸਣ ਦੇ ਲਈ। ਤਾਂ ਜੇਕਰ ਜਿਹੜਾ ਪ੍ਰੈਸ਼ਰ ਹੈ ਉਹ ਹਾਈ ਹੋਵੇ ਤਾਂ ਅਸੀਂ ਹਾਈਪਰਟੈਂਸ਼ਨ ਕਹਾਂਗੇ, ਜੇ ਪ੍ਰੈਸ਼ਰ ਘੱਟ ਹੋਵੇ ਤਾਂ ਅਸੀਂ ਉਹਨੂੰ ਕੀ ਕਹਾਂਗੇ ਜੀ, ਹਾਈਪੋਟੈਂਸ਼ਨ। ਤਾਂ ਬਲੱਡ ਪ੍ਰੈਸ਼ਰ ਦੇ ਨਾਲ ਰਿਲੇਟਡ ਹੈ। ਜਿਹੜਾ ਬਲੱਡ ਪ੍ਰੈਸ਼ਰ ਹੈ ਸਾਡਾ ਉੱਪਰਲਾ ਹੈਗਾ, ਜਿਹਨੂੰ ਸਿਸਟੋਲਿਕ ਬਲੱਡ ਪ੍ਰੈਸ਼ਰ ਕਹਿੰਦੇ ਆ, ਉਹ 120 mmHg ਹੁੰਦਾ ਜੀ, ਅਤੇ ਜਿਹੜਾ ਡਾਇਸਟੋਲਿਕ ਹੁੰਦਾ ਉਹ 80 mmHg ਹੁੰਦਾ। mmHg ਇਹ ਅੱਗੇ ਚਲੋ ਗੱਲ ਕਰਾਂਗੇ। ਵਿਚ ਆਫ ਦਾ ਫੋਲੋਇੰਗ ਇਜ਼ ਕੈਰੀਡ ਬਾਈ ਦਾ ਹਾਰਟ ਟੂ ਦਾ ਆਲ ਆਰਗਨਸ ਆਫ ਦਾ ਬੋਡੀ ਥਰੂ ਆਰਟਰੀਜ਼, ਕੈਪਲਰੀਜ਼ ਐਂਡ ਆਰਟਰੋਲਸ, ਹੈ ਨਾ। ਤਾਂ ਜਿਹੜੇ ਸਾਡਾ ਹਾਰਟ ਹੈ ਉਹ ਕਿਹੜੀ ਚੀਜ਼ ਨੂੰ ਇਹਨਾਂ ਨਾੜੀਆਂ ਦੇ ਰਾਹੀਂ ਭੇਜਦਾ, ਤਾਂ ਬਲੱਡ ਹੈ ਜਿਹੜਾ ਸਰਕੂਲੇਟ ਹੁੰਦਾ, ਉਹ ਇੱਕ ਕਨੈਕਟਿਵ ਟਿਸ਼ੂ ਹੈ ਬਲੱਡ ਵੀ, ਅਤੇ ਜਿਹੜਾ ਬਲੱਡ ਨੂੰ ਸਰਕੂਲੇਟ ਕਰਨ ਦਾ ਕੰਮ ਕੌਣ ਕਰਦਾ ਜੀ, ਹਾਰਟ ਜਿਹੜਾ ਕਿ ਪੰਪਿੰਗ ਔਰਗਨ ਹੈ। ਸਰਕੂਲੇਟ ਕਿਹਦੇ ਰਾਹੀਂ ਹੁੰਦਾ, ਇਹਨਾਂ ਬਲੱਡ ਵੈਸਲਸ ਦੇ ਰਾਹੀਂ ਹੁੰਦਾ। ਹਾਰਟ ਹੈ ਜਿਹੜਾ ਜੀ ਸਾਡਾ ਕਿੱਥੇ ਲੋਕੇਟ ਕੀਤਾ ਗਿਆ, ਹਾਰਟ ਸਾਡਾ ਲੋਕੇਟ ਹੈਗਾ ਥੋਰੈਕਿਕ ਕੈਵਿਟੀ ਦੇ ਵਿੱਚ ਹੈਗਾ ਜੀ। ਜਿਹੜਾ ਥੋਰੈਕਸ ਕੇਜ ਹੈਗਾ ਸਾਡਾ, ਯਾਨੀ ਕਿ ਜਿਹੜਾ ਪਿੰਜਰ ਬਣਿਆ ਹੋਇਆ ਸਾਡਾ ਛਾਤੀ ਦੀਆਂ ਹੱਡੀਆਂ ਜਿਹੜੀਆਂ ਰਿਬਸ ਅਤੇ ਸਟਰਮ ਉਹਨਾਂ ਨੂੰ ਮਿਲ ਕੇ ਛਾਤੀ ਦਾ ਪਿੰਜਰ ਬਣਿਆ ਹੋਇਆ, ਤਾਂ ਉਹਦੇ ਵਿੱਚ ਹੈਗਾ ਸਾਡਾ ਥੋਰੈਕਿਕ ਕੈਵਿਟੀ ਦੇ ਵਿੱਚ ਹਾਰਟ ਥੋੜ੍ਹਾ ਜਿਹਾ ਖੱਬੇ ਪਾਸੇ ਨੂੰ ਝੁਕਿਆ ਹੋਇਆ। ਹਾਰਟ ਦਾ ਜਿਹੜਾ ਵਜ਼ਨ ਹੈ ਉਹ 250 ਗ੍ਰਾਮ ਤੋਂ ਲੈ ਕੇ 350 ਗ੍ਰਾਮ ਤੱਕ ਹੁੰਦਾ, ਅਤੇ ਬ੍ਰੇਨ ਦਾ ਇਹ ਤੋਂ ਜ਼ਿਆਦਾ ਹੁੰਦਾ। ਬ੍ਰੇਨ ਦਾ 1200 ਗ੍ਰਾਮ ਤੋਂ ਲੈ ਕੇ 1400 ਗ੍ਰਾਮ ਤੱਕ ਹੁੰਦਾ। ਡੈਸ਼ ਇਜ਼ ਫਾਈਬਰਸ ਸੀਰੀਸ ਸੈਕ ਦੈਟ ਸੁਰਾਊਂਡਸ ਹਾਰਟ। ਤਾਂ ਸਾਡਾ ਜਿਹੜਾ ਹਾਰਟ ਹੈ ਉਹਦੇ ਆਲੇ ਦੁਆਲੇ ਕਿਹੜੀ ਤਹਿ ਚੜ੍ਹੀ ਹੁੰਦੀ ਹੈ ਜੀ, ਤਾਂ ਸਭ ਤੋਂ ਬਾਹਰਲੀ ਤਹਿ ਜਿਹੜੀ ਹੁੰਦੀ ਹੈ ਪੈਰੀਕਾਰਡੀਅਮ ਹੁੰਦੀ ਹੈ। ਸਭ ਤੋਂ ਵੱਡੀ ਪਰਤ ਜਿਹੜੀ ਹੁੰਦੀ ਹੈ ਜੀ ਉਹ ਸੈਂਟਰ ਵਾਲੀ ਹੁੰਦੀ ਹੈ, ਮਾਇਓਕਾਰਡੀਅਮ। ਐਂਡੋਕਾਰਡੀਅਮ ਹੈ ਜਿਹੜੀ ਸਭ ਤੋਂ ਅੰਦਰ ਵਾਲੀ ਪਰਤ ਹੁੰਦੀ ਹੈ। ਨੈਕਸਟ ਕੁਐਸਚਨ ਦੇਖ ਲਈਏ। ਡੈਸ਼ ਇਜ਼ ਦਾ ਇਨਮੋਸਟ ਲੇਅਰ ਆਫ ਦਾ ਹਾਰਟ ਐਂਡ ਇਟ ਇਜ਼ ਸਮੂਥ ਥਿਨ ਲਾਈਨਿੰਗ ਟੂ ਰਿਡਿਊਸ ਫ੍ਰਿਕਸ਼ਨ ਆਫ ਬਲੱਡ ਫਲੋ ਥਰੂ ਆਊਟ ਦਾ ਚੈਂਬਰਸ। ਤਾਂ ਇਹ ਹੁਣੀ ਗੱਲ ਕਰਕੇ ਹਟਿਆ, ਸਭ ਤੋਂ ਅੰਦਰਲੀ ਲੇਅਰ ਦੀ ਗੱਲ ਕੀਤੀ ਗਈ ਹੈ। ਸਭ ਤੋਂ ਅੰਦਰਲੀ ਲੇਅਰ ਕਿਹੜੀ ਹੈ ਸਾਡੀ ਜੀ, ਐਂਡੋਕਾਰਡੀਅਮ। The right atrium receives deoxygenated blood from the body through। ਤਾਂ ਸਾਡਾ ਜਿਹੜਾ ਦਿਲ ਦਾ ਸੱਜਾ ਪਾਸਾ ਹੈ ਜੀ ਉਹਦੇ ਵਿੱਚ ਡੀਆਕਸੀਜਨੇਟਡ ਬਲੱਡ ਆਉਂਦਾ ਹੈ। ਕਿੱਥੋਂ ਆਉਂਦਾ, ਤਾਂ ਰਾਈਟ ਆਟਰੀਅਮ ਦੇ ਵਿੱਚ ਆਉਂਦਾ ਜੀ। ਕੌਣ ਲੈ ਕੇ ਆਉਂਦੀਆਂ ਨੇ, ਦੋ ਵੱਡੀਆਂ ਸ਼ਿਰਾਵਾਂ ਲੈ ਕੇ ਆਉਂਦੀਆਂ ਨੇ। ਇੱਕ ਹੈਗੀ ਹੈ ਸੁਪੀਰੀਅਰ ਵੈਨਾ ਕੋਵਾ, ਇੱਕ ਹੈਗੀ ਹੈ ਇਨਫੀਰੀਅਰ ਵੈਨਾ ਕੋਵਾ। ਨੈਕਸਟ ਕੁਐਸਚਨ, ਵਿਚ ਆਫ ਦਾ ਫੋਲੋਇੰਗ ਐਟਰੀਅਮ ਰਿਸੀਵਸ ਆਕਸੀਜਨੇਟਡ ਬਲੱਡ ਫਰੋਮ ਦਾ ਲੰਗਸ ਥਰੂ ਪਲਮਨਰੀ ਵੇਨ। ਤਾਂ ਪਲਮਨਰੀ ਵੇਨ ਇਹ ਆ ਗਿਆ ਜੀ। ਦੇਖੋ ਪਲਮਨਰੀ ਵੇਨ ਹੈ ਜਿਹੜੀ ਇਹ ਫੇਫੜਿਆਂ ਤੋਂ ਸਾਡੇ ਦਿਲ 'ਚ ਖੂਨ ਲੈ ਕੇ ਆਉਂਦੀ ਹੈ, ਅਤੇ ਜਿਹੜੀ ਪਲਮਨਰੀ ਵੇਨ ਹੁੰਦੀ ਹੈ ਇਹਦੇ ਵਿੱਚ ਸ਼ੁੱਧ ਖੂਨ ਹੁੰਦਾ ਜੀ। ਇੱਥੇ ਐਕਸੈਪਸ਼ਨਲ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਹ ਵੇਨਸ ਨੇ ਜਿਹੜੀਆਂ ਫੇਫੜਿਆਂ ਤੋਂ ਸਾਡੇ ਦਿਲ ਦੇ ਵਿੱਚ ਲਹੂ ਲੈ ਕੇ ਆ ਰਹੀਆਂ ਨੇ, ਅਤੇ ਇਹਨਾਂ ਦੇ ਵਿੱਚ ਸ਼ੁੱਧ ਖੂਨ ਹੁੰਦਾ। ਤਾਂ ਅਸੀਂ ਸਿੰਪਲੀ ਸਮਝ ਸਕਦੇ ਹਾਂ ਕਿ ਆਰਟਰੀਜ਼ ਉਹ ਨਾੜੀਆਂ ਨੇ ਜਿਹੜੀਆਂ ਖੂਨ ਨੂੰ ਦਿਲ ਤੋਂ ਬਾਹਰ ਲੈ ਕੇ ਜਾਂਦੀਆਂ ਨੇ, ਅਤੇ ਵੇਨਸ ਉਹ ਨਾੜੀਆਂ ਨੇ ਜਿਹੜੀਆਂ ਖੂਨ ਨੂੰ ਬਾਹਰ ਤੋਂ ਅੰਦਰ ਲੈ ਕੇ ਆਉਂਦੀਆਂ ਨੇ। ਤਾਂ ਮੋਸਟ ਆਫ ਦੀ ਜਿਹੜੀਆਂ ਆਰਟਰੀਜ਼ ਨੇ ਉਹਨਾਂ ਦੇ ਵਿੱਚ ਸ਼ੁੱਧ ਖੂਨ ਹੁੰਦਾ, ਮੋਸਟ ਆਫ ਦੀਆਂ ਜਿਹੜੀਆਂ ਵੇਨਸ ਨੇ ਉਹਨਾਂ ਦੇ ਵਿੱਚ ਅਸ਼ੁੱਧ ਖੂਨ ਹੁੰਦਾ। ਪਰ ਐਕਸੈਪਸ਼ਨਲ ਕਿੱਥੇ ਹੈ ਕਿ ਜਿਹੜੀ ਲੰਗਸ ਦੇ ਨਾਲ ਜੁੜੀਆਂ ਹੋਈਆਂ ਨੇ, ਤਾਂ ਲੰਗਸ ਦੇ ਵਿੱਚ ਜਿਹੜੀਆਂ ਖੂਨ ਲੈ ਕੇ ਜਾ ਰਹੀਆਂ ਨੇ, ਕਿਉਂਕਿ ਬਾਹਰ ਕੱਢਣਾ ਕੰਮ ਹੈਗਾ ਆਰਟਰੀਜ਼ ਦਾ, ਤਾਂ ਅਸ਼ੁੱਧ ਖੂਨ ਜਿਹੜਾ ਬਾਹਰ ਕੱਢਿਆ ਗਿਆ ਉਹ ਕਿਹਦੇ ਰਾਹੀਂ ਕੱਢਿਆ ਗਿਆ, ਆਰਟਰੀ ਦੇ ਰਾਹੀਂ। ਹੁਣ ਫੇਫੜਿਆਂ ਨੇ ਸਾਫ਼ ਕਰਕੇ ਵਾਪਸ ਦਿਲ ਦੇ ਵਿੱਚ ਭੇਜਤਾ, ਤਾਂ ਅੰਦਰ ਲੈ ਕੇ ਆਉਣਾ ਖੂਨ ਦਾ ਕਿਹਦੇ ਕੰਮ ਹੈ, ਖੂਨ ਨੂੰ ਦਿਲ ਦੇ ਵਿੱਚ ਲੈ ਕੇ ਆਉਣਾ ਇਹ ਹੈਗਾ ਵੇਨ ਦਾ। ਤਾਂ ਆਕਸੀਜਨੇਟਡ ਬਲੱਡ ਸਾਡਾ ਜੀ ਜਿਹੜਾ ਰਿਸੀਵ ਕਰਦਾ ਉਹ ਖੱਬਾ ਪਾਸਾ ਰਿਸੀਵ ਕਰਦਾ, ਪਹਿਲਾਂ ਉੱਪਰਲੇ ਖਾਨੇ 'ਚ ਆਊਗਾ। ਉੱਪਰਲੇ ਖਾਨੇ ਨੂੰ ਅਸੀਂ ਕਹਿੰਦੇ ਹਾਂ ਲੈਫਟ ਐਟਰੀਅਮ। ਅਗਲਾ ਕੁਐਸਚਨ ਦੇਖ ਲਈਏ। ਡੈਸ਼ ਵਾਲਵ ਕੰਟਰੋਲਸ ਦਾ ਓਪਨਿੰਗ ਬਿਟਵੀਨ ਰਾਈਟ ਐਟਰੀਅਮ ਐਂਡ ਵੈਂਟਰੀਕਲ। ਤਾਂ ਕਿਹੜਾ ਵਾਲਵ ਹੈ ਜੀ ਜਿਹੜਾ ਓਪਨਿੰਗ ਹੈ ਜਿਹੜੀ ਉਹਨੂੰ ਕੰਟਰੋਲ ਕਰਦਾ ਰਾਈਟ ਐਟਰੀਅਮ ਐਂਡ ਵੈਂਟਰੀਕਲ, ਯਾਨੀ ਕਿ ਦਿਲ ਦੇ ਸੱਜੇ ਪਾਸੇ ਦੀ ਗੱਲ ਕੀਤੀ ਗਈ ਹੈ। ਤਾਂ ਸਾਡੇ ਸੱਜੇ ਪਾਸੇ ਦੋ ਵਾਲਵ ਹੁੰਦੇ ਨੇ ਜਿਹਨੂੰ ਅਸੀਂ ਬਾਈਕਸਪਿਡ ਵਾਲਵ, ਸੱਜੇ ਪਾਸੇ ਸਾਡੇ 3 ਵਾਲਵ ਹੁੰਦੇ ਨੇ ਜਿਹਨੂੰ ਅਸੀਂ ਟਰਾਈਕਸਪਿਡ ਵਾਲਵ ਕਹਿੰਦੇ ਹਾਂ, ਅਤੇ ਖੱਬੇ ਪਾਸੇ ਸਾਡੇ 2 ਵਾਲਵ ਹੁੰਦੇ ਨੇ ਜਿਹਨੂੰ ਬਾਈਕਸਪਿਡ ਵਾਲਵ ਅਤੇ ਜਾਂ ਫਿਰ ਮਿਟਰਲ ਵਾਲਵ ਕਹਿ ਦਿੰਦੇ ਹਾਂ। ਤਾਂ ਸਾਨੂੰ ਸੱਜੇ ਪਾਸੇ ਪੁੱਛਿਆ ਗਿਆ ਜੀ ਸੱਜੇ ਪਾਸੇ ਸਾਡੇ ਕਿੰਨੇ ਵਾਲਵ ਹੈਗੇ ਨੇ, ਟਰਾਈਕਸਪਿਡ ਵਾਲਵ। ਅਤੇ ਜਿਹੜਾ ਇਹਨਾਂ ਦਾ ਮੇਨ ਕੰਮ ਕੀ ਹੈ ਕਿ ਇਹ ਵਾਲਵ ਕੋਈ ਵੀ ਹੋਵੇ ਉਹਦਾ ਮੇਨ ਕੰਮ ਹੁੰਦਾ ਜੀ ਕਿ ਉਹ ਬਲੱਡ ਫਲੋ ਆ ਜਿਹੜਾ ਇੱਕ ਸਾਈਡ 'ਤੇ ਹੀ ਰੱਖਦੇ ਨੇ, ਅਤੇ ਦੂਸਰਾ ਜਿਹੜਾ ਟਰਾਈਕਸਪਿਡ ਵਾਲਵ ਹੈ ਇਹ ਜਿਹੜਾ ਸਾਡਾ ਰਾਈਟ ਆਟਰੀਅਮ ਤੋਂ ਰਾਈਟ ਵੈਂਟਰੀਕਲ ਵੱਲ ਬਲੱਡ ਜਾਣਾ ਹੁੰਦਾ, ਜਿਹੜਾ ਕਿ ਇੰਪਿਓਰ ਬਲੱਡ ਹੁੰਦਾ ਉਹਨੂੰ ਨੀਚੇ ਪਾਸ ਕਰਨ ਦਾ ਕੰਮ ਕਰਦੇ ਨੇ।
ਇੱਥੇ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਟ੍ਰਾਈਕਸਪਿਡ ਵੋਲਵ ਹੈ ਇਹ ਦਿਲ ਦੇ ਸੱਜੇ ਪਾਸੇ ਹੈ, ਤਾਂ ਇਹ ਬਲੂ ਕੀਤਾ ਹੋਇਆ ਕਿਉਂਕਿ ਇੱਧਰ ਸਾਡਾ ਅਸ਼ੁੱਧ ਖੂਨ ਹੁੰਦਾ ਜੀ। ਤਾਂ ਦਿਲ ਦਾ ਜਿਹੜਾ ਖੱਬਾ ਪਾਸਾ ਇਹਦੇ 'ਚ ਦੋਨਾਂ ਉੱਪਰ ਵੀ ਨੀਚੇ ਵੀ ਸ਼ੁੱਧ ਖੂਨ ਹੁੰਦਾ, ਸਾਡੇ ਆਕਸੀਜਨੇਟਡ ਬਲੱਡ ਹੁੰਦਾ। ਤਾਂ ਸਭ ਤੋਂ ਪਹਿਲਾਂ ਜਿਹੜਾ ਲੈਫਟ ਵੈਂਟਰੀਕਲ ਹੈ ਜੀ ਇਹ ਕੰਟਰੈਕਟ ਕਰਦਾ, ਇਹਦੇ ਕੰਟਰੈਕਟ ਕਰਨ ਦੇ ਨਾਲ ਜਿਹੜਾ ਬਲੱਡ ਹੈ ਸਾਡਾ ਉਹ ਇੱਥੋਂ ਦੀ ਐਂਟਰ ਕਰਦਾ ਔਰਟਾ ਦੇ ਵਿੱਚ। ਤਾਂ ਇੱਥੇ ਵੀ ਕੀ ਲੱਗਿਆ ਹੁੰਦਾ, ਇੱਕ ਬੋਲਵ ਲੱਗਿਆ ਹੁੰਦਾ ਜਿਹਨੂੰ ਔਰਟਿਕ ਬੋਲਵ ਕਹਿੰਦੇ ਆ, ਤਾਂ ਕਿ ਜਿਹੜਾ ਬਲੱਡ ਅਸੀਂ ਉੱਪਰ ਭੇਜਿਆ ਉਹ ਵਾਪਸ ਥੱਲੇ ਵੱਲ ਨਾ ਸਕੇ। ਇਹ ਤੋਂ ਬਾਅਦ ਔਰਟਾ ਜਿਹੜੀ ਇਹ ਵੱਖੋ ਵੱਖਰੇ ਭਾਗਾਂ ਤੱਕ ਸਰੀਰ ਦੇ ਤੱਕ ਖੂਨ ਪਹੁੰਚਾ ਦਿੰਦੀ ਹੈ। ਉਸ ਤੋਂ ਬਾਅਦ ਸਾਡੀ ਜਿਹੜੀ ਸੁਪੀਰੀਅਰ ਵੈਨਾ ਕਾਵਾ ਹੈ ਅਤੇ ਨੀਚੇ ਇਨਫੀਰੀਅਰ ਵੈਨਾ ਕਾਵਾ ਇਹ ਦਿਲ ਦੇ ਸੱਜੇ ਪਾਸੇ ਉੱਪਰਲੇ ਹਿੱਸੇ ਰਾਈਟ ਆਟਰੀਅਮ ਦੇ ਵਿੱਚ ਬਲੱਡ ਲੈ ਆਉਂਦੀ ਹੈ ਅਤੇ ਇਹ ਅਸ਼ੁੱਧ ਖੂਨ ਹੁੰਦਾ ਜੀ। ਤਾਂ ਉਸ ਤੋਂ ਬਾਅਦ ਅਸ਼ੁੱਧ ਖੂਨ ਨੂੰ ਨੀਚੇ ਵਾਲੇ ਭਾਗ ਦੇ ਵਿੱਚ ਲੈ ਆਉਂਦਾ ਅਤੇ ਇੱਥੇ ਟ੍ਰਾਈਕਸਪਿਡ ਵੋਲਵ ਲੱਗੇ ਹੋਏ ਨੇ। ਉਸ ਤੋਂ ਬਾਅਦ ਇੱਥੋਂ ਖੂਨ ਦੇਖੋ ਜਿਹੜਾ ਬਾਹਰ ਜਾਣਾ ਜੀ, ਤਾਂ ਹੁਣ ਕਿਉਂਕਿ ਦਿਲ ਤੋਂ ਬਾਹਰ ਖੂਨ ਭੇਜਣ ਦਾ ਕੰਮ ਕਿਹਦਾ, ਆਰਟਰੀ ਦਾ। ਹੁਣ ਇੱਥੇ ਬਲੱਡ ਸਾਡੇ ਕੋਲ ਆਇਆ ਕਿਹੜਾ ਜੀ, ਜਿਹੜਾ ਅਸ਼ੁੱਧ ਖੂਨ ਹੈ। ਤਾਂ ਇੱਥੇ ਇੱਕ ਐਕਸੈਪਸ਼ਨਲ ਆਉਂਦੀ ਹੈ ਕਿ ਇੱਥੋਂ ਜਿਹੜਾ ਬਲੱਡ ਬਾਹਰ ਜਾ ਰਿਹਾ ਉਹ ਗੰਦਾ ਹੈ ਅਤੇ ਜਾ ਵੀ ਕਿਹਦੇ ਥਰੂ ਰਿਹਾ, ਆਰਟਰੀ ਦੇ ਰਾਹੀਂ। ਅਤੇ ਇੱਥੇ ਕਿਹੜਾ ਵੋਲਵ ਲੱਗਿਆ ਹੋਇਆ ਜੀ, ਪਲਮਨਰੀ ਵੋਲਵ ਲੱਗਿਆ ਹੁੰਦਾ। ਇਹ ਤੋਂ ਬਾਅਦ ਬਲੱਡ ਹੈ ਜਿਹੜਾ ਸਾਡੇ ਲੰਗਸ ਕੋਲ ਜਾਂਦਾ, ਲੰਗਸ ਨੇ ਜਿਹੜੇ ਸਾਫ਼ ਕਰਕੇ ਵਾਪਸ ਸਾਡੇ ਕਿੱਥੇ ਭੇਜਦੇ ਨੇ ਜੀ, ਲੈਫਟ ਆਟਰੀਅਮ ਦੇ ਵਿੱਚ ਭੇਜਦੇ ਨੇ। ਪਹਿਲਾਂ ਵੀ ਕੁਐਸਚਨ ਆਇਆ ਸੀ। ਤਾਂ ਇਹਨਾਂ ਦੇ ਵਿੱਚ ਕਿਹੜਾ ਬਲੱਡ ਹੋਊਗਾ, ਹੁਣ ਸ਼ੁੱਧ ਖੂਨ ਹੋਊਗਾ, ਕਿਉਂਕਿ ਅੰਦਰ ਲੈ ਕੇ ਆਉਣਾ ਕੰਮ ਕਿਹਦਾ ਜੀ, ਸਾਡੇ ਅੰਦਰ ਲੈ ਕੇ ਆਉਣਾ ਕੰਮ ਹੈਗਾ ਸਾਡੀਆਂ ਵੇਨਸ ਦਾ। ਤਾਂ ਇੱਧਰ ਵੀ ਵੇਨਸ ਅੰਦਰ ਲੈ ਕੇ ਆਈਆਂ ਨੇ, ਇੱਧਰ ਵੀ ਵੇਨਸ ਅੰਦਰ ਲੈ ਕੇ ਆਈਆਂ ਨੇ। ਇੱਧਰ ਹੈਗਾ ਸੀਗਾ ਸਾਡਾ ਸ਼ੁੱਧ ਖੂਨ, ਅਸ਼ੁੱਧ ਖੂਨ ਸੀਗਾ ਇੱਧਰ ਹੈਗਾ ਸਾਡਾ ਸ਼ੁੱਧ ਖੂਨ। ਅੱਗੇ ਗੱਲ ਕਰ ਲਈਏ ਜੀ, ਐਸਏ ਨੋਡ ਆਫ ਦਾ ਹਾਰਟ ਇਜ਼ ਆਲਸੋ ਕਾਲਡ, ਐਸਏ ਨੋਡ ਜਿਹਦਾ ਪੂਰਾ ਨਾਮ ਹੈਗਾ ਸੇਨੋ ਆਰਟਰੀਅਲ ਨੋਡ। ਇਹਨੂੰ ਆਲਸੋ ਹੋਰ ਇਹਨੂੰ ਕੀ ਕਿਹਾ ਜਾਂਦਾ, ਇਹਨੂੰ ਆਖਿਆ ਜਾਂਦਾ ਜੀ ਪੇਸ ਮੇਕਰ। ਸਾਡੇ ਹਾਰਟ ਦਾ ਜਿਹੜਾ ਇੱਕ ਰਿਦਮ ਹੈ ਉਹ ਰਿਦਮ ਬਣਾਉਣ ਦੇ ਵਿੱਚ ਕੌਣ ਸਹਾਇਤਾ ਕਰਦਾ, ਸਾਡੀ ਐਸਏ ਨੋਡ ਕਰਦੀ ਹੈ। ਇੱਥੇ ਅਸੀਂ ਦੇਖ ਸਕਦੇ ਹਾਂ ਜੀ, ਤਾਂ ਸਾਡੀ ਜਿਹੜੀ ਐਸਏ ਨੋਡ ਹੈ, ਇੱਥੇ ਸਾਡੀ ਐਸਏ ਨੋਡ ਹੁੰਦੀ ਹੈ ਜੀ। ਇਹ ਮੈਸੇਜ ਜਿਹੜੀ ਪ੍ਰੋਡਿਊਸ ਕਰਦੀ ਹੈ, ਮੈਸੇਜ ਪ੍ਰੋਡਿਊਸ ਹੋਣ ਤੋਂ ਬਾਅਦ ਸਾਡਾ ਨੀਚੇ ਵਾਲੀ ਸਾਈਡ ਜਾਂਦਾ। ਪ੍ਰੋਡਿਊਸ ਹੋਣ ਤੋਂ ਬਾਅਦ ਹੈ ਜਿਹੜਾ ਮੈਸੇਜ ਸਾਡਾ ਪ੍ਰੋਡਿਊਸ ਹੋਣ ਤੋਂ ਬਾਅਦ ਇੱਥੇ ਏ ਵੀ ਨੋਡ ਹੁੰਦੀ ਹੈ। ਏ ਵੀ ਨੋਡ ਸਾਰੇ ਦਿਲ ਦੇ ਵਿੱਚ ਮੈਸੇਜ ਨੂੰ ਫੈਲਾਉਣ ਦਾ ਕੰਮ ਕਰਦੀ ਹੈ। ਜਿਹੜੀ ਤੁਸੀਂ ECG ਕਰਾਉਣੇ ਹੁੰਦੇ ਹੋ ਤਾਂ ਬੇਸਿਕਲੀ ਇਹਦੇ 'ਚ ਇੱਕ ਫੋਟੋ ਹੈ ਜਿਹੜੀ ਉਹ ਐਡ ਕਰਨੀ ਸ਼ਾਇਦ ਰਹਿ ਗਈ, ਚਲੋ ਅਗਲੇ ਕਿਤੇ ਫਿਰ ਲਾਸਟ 'ਤੇ ਦੇਖਦੇ ਹਾਂ ਜੇ ਐਡ ਹੋ ਸਕਦੀ ਹੋਈ ਤਾਂ ਇਹਨੂੰ ਲਾਸਟ ਦੇ ਵਿੱਚ ਸਮਝ ਲਾਂਗੇ ਅਸੀਂ। ਇੱਥੇ ਐਸਏ ਨੋਡ ਹੁੰਦੀ ਹੈ ਜੀ, ਇਹ ਮੈਸੇਜ ਪ੍ਰੋਡਿਊਸ ਕਰਦੀ ਹੈ, ਯਾਨੀ ਕਿ ਬ੍ਰੇਨ ਕਹਿ ਸਕਦੇ ਹਾਂ ਹੈਗਾ ਸਾਡੇ ਦਿਲ ਦਾ ਇਹ। ਅਤੇ ਉਸ ਤੋਂ ਬਾਅਦ ਸਾਡੀ ਇਹ ਮੈਸੇਜ ਪ੍ਰੋਡਿਊਸ ਕਰਕੇ ਕਿਹਨੂੰ ਦੇ ਦਿੰਦੀ ਹੈ, ਏ ਵੀ ਨੋਡ ਨੂੰ। ਜਿਵੇਂ ਕਿ ਸਾਡਾ ਬ੍ਰੇਨ ਇੱਥੋਂ ਮੈਸੇਜ ਪੈਦਾ ਕਰਕੇ ਕਿਹਦੇ ਰਾਹੀਂ ਬਾਕੀ ਭਾਗਾਂ ਤੱਕ ਪਹੁੰਚਾਉਂਦਾ, ਸੂਖਮਣਾ ਨਾੜੀ ਦੇ ਰਾਹੀਂ, ਸਪਾਈਨਲ ਕੋਰਡ ਦੇ ਰਾਹੀਂ। ਤਾਂ ਇਸੇ ਤਰੀਕੇ ਦੇ ਨਾਲ ਐਸਏ ਨੋਡ ਮੈਸੇਜ ਪੈਦਾ ਕਰਦੀ ਹੈ, ਏ ਵੀ ਨੋਡ ਦੇ ਰਾਹੀਂ ਮੈਸੇਜ ਸਾਡੇ ਸਾਰੇ ਹਾਰਟ ਤੱਕ ਬਾਕੀ ਤੱਕ ਪਹੁੰਚਦਾ। ਅਤੇ ਜਦੋਂ ਅਸੀਂ ECG ਕਰਾਉਣੇ ਆ ਤਾਂ ਬੇਸਿਕਲੀ ਜਿਹੜੀ ਇਲੈਕਟ੍ਰੋਕਾਰਡੀਓਗ੍ਰਾਮ ਹੁੰਦਾ ਹੈ ਉਹ ਬੇਸਿਕਲੀ ਇਲੈਕਟ੍ਰੀਕਲ ਕੰਡਕਸ਼ਨ ਦੇਖਦੇ ਹੁੰਦੇ ਹਾਂ ਅਸੀਂ, ਜਿਹੜਾ ਕਿ PR ਅਤੇ T ਵੇਵ ਦੇ ਥਰੂ ਚੈੱਕ ਕੀਤਾ ਜਾਂਦਾ। ਤਾਂ ਜਿੰਨਾ ਚਿਰ ਇਹ ਐਵੇਂ ਉੱਚੀ ਨੀਵੀਂ ਕਹਿੰਦੇ ਚੱਲ ਰਹੀ ਹੈ ਤਾਂ ਇਟ ਮੀਨ ਸਾਡੇ ਸਾਹ ਚੱਲ ਰਹੇ ਨੇ, ਅਤੇ ਜੇਕਰ ਇਹ ਬਿਲਕੁਲ ਫਲੈਟ ਹੋ ਜਾਂਦੀ ਹੈ ਤਾਂ ਇਟ ਮੀਨ ਸਾਡੀ ਕੀ ਹੋ ਚੁੱਕੀ ਹੈ, ਡੈਥ ਹੋ ਜਾਂਦੀ ਹੈ। ਅਗਲੀ ਗੱਲ ਕਰ ਲਈ ਜੀ, ਵਿਚ ਪਾਰਟ ਆਫ ਦਾ AB ਬੰਡਲ ਇਜ਼ ਰਿਸਪੋਂਸੀਬਲ ਫੋਰ ਦਾ ਕੰਟਰੈਕਸ਼ਨ ਆਫ ਵੈਂਟਰੀਕਲ। ਵੈਂਟਰੀਕਲ ਕੰਟਰੈਕਸ਼ਨ ਦੇ ਲਈ AB ਬੰਡਲ ਦਾ ਕਿਹੜਾ ਭਾਗ ਹੈ ਜੀ ਜਿਹੜਾ ਉਹ ਰਿਸਪੋਂਸੀਬਲ ਹੈਗਾ। ਤਾਂ ਇਹਦਾ ਰਾਈਟ ਆਨਸਰ ਆਊਗਾ ਜੀ ਪਰਕੰਜੀ ਫਾਈਬਰ। ਪਰਕੰਜੀ ਫਾਈਬਰ ਤੋਂ ਬਿਨਾਂ ਇੱਕ ਚੀਜ਼ ਹੁੰਦਾ ਜੀ ਬੰਡਲ ਆਫ HIS। HIS ਬੇਸਿਕਲੀ ਕਿਹਦਾ ਨਾਮ ਹੈ, ਦਾ ਫੁੱਲ ਫਾਰਮ ਆਫ HIS ਬੰਡਲ ਇਜ਼ ਬੰਡਲ ਆਫ ਹਿਜ਼। ਇਟ ਇਜ਼ ਅ ਨੇਮਡ ਆਫਟਰ ਦਾ ਸਵਿਸ ਕਾਰਡੀਓਲੋਜਿਸਟ ਵਿਲੀਅਮ ਹਿਜ਼ ਜੂਨੀਅਰ, ਹੈ ਨਾ, ਜਾਂ JR. ਜੋ ਵੀ ਇਹਦਾ ਨਾਮ ਹੋਏਗਾ ਪੂਰਾ। ਤਾਂ ਇਹਨਾਂ ਨੇ 1893 ਦੇ ਵਿੱਚ ਇੱਕ ਚੀਜ਼ ਲੱਭੀ ਸੀ। ਤਾਂ ਅਸੀਂ ਇਹ ਦੇਖ ਲਈਏ, ਇਹ ਤਾਂ ਹੈਗੇ ਨੇ AB ਬੰਡਲ। ਇਹਦਾ ਮੇਨ ਕੰਮ ਹੈਗਾ ਜੀ ਦਿਲ ਦੇ ਬਾਕੀ ਭਾਗਾਂ ਤੱਕ ਇਲੈਕਟ੍ਰੀਕਲ ਮੈਸੇਜ ਪਹੁੰਚਾਉਣਾ। ਪਰ ਪਰਕੰਜੀ ਫਾਈਬਰ ਹੈ ਜਿਹੜਾ ਇਹ ਵੈਂਟਰੀਕਲ ਭਾਗ ਨੇ ਜਿਹੜੇ ਹਾਰਟ ਦੇ, ਇਹਨੂੰ ਆਪਾਂ ਮਸਲ ਕਹਿ ਸਕਦੇ ਹਾਂ ਬੇਸਿਕਲੀ ਹਾਰਟ ਦੇ। ਇਹਨਾਂ ਦਾ ਮੇਨ ਕੰਮ ਹੁੰਦਾ ਵੈਂਟਰੀਕਲ ਨੂੰ ਕੰਟਰੈਕਟ ਕਰਨਾ। ਜੇਕਰ ਵੈਂਟਰੀਕਲ ਕੰਟਰੈਕਟ ਕਰਦਾ ਤਾਂ ਹੀ ਬਲੱਡ ਹੈ ਜਿਹੜਾ ਉਹ ਬਾਹਰ ਨਿਕਲ ਸਕਦਾ ਸਾਡੇ ਹਾਰਟ ਤੋਂ। ਅਗਲਾ ਕੁਐਸਚਨ ਦੇਖ ਲਈਏ, ਰੇਟ ਆਫ ਹਾਰਟ that conducts electrical impulse is called। ਤਾਂ ਰੇਟ ਆਫ ਹਾਰਟ ਜਿਹੜਾ ਕੰਡਕਟ ਕਰਦਾ ਇਲੈਕਟ੍ਰੀਕਲ ਇੰਪਲਸ ਉਹਨੂੰ ਕੀ ਕਹਿੰਦੇ ਆ ਜੀ, ਉਹਨੂੰ ਕਹਿੰਦੇ ਅਸੀਂ ਕਾਰਡੀਅਕ ਕੰਡਕਸ਼ਨ। ਨੈਕਸਟ ਕੁਐਸਚਨ ਦੇਖ ਲਈਏ, ਡੈਸ਼ ਇਜ਼ ਕੰਡੀਸ਼ਨ ਬੇਅਰ ਅ ਬਲੱਡ ਕਲੌਟ ਫਾਰਮ ਇਨ ਦਾ ਸਰਕੂਲੇਟਰੀ ਸਿਸਟਮ। ਜੇਕਰ ਸਾਡੇ ਸਰਕੂਲੇਟਰੀ ਸਿਸਟਮ ਦੇ ਵਿੱਚ ਸਾਡੀਆਂ ਨਾੜਾਂ ਦੇ ਵਿੱਚ ਬਲੱਡ ਕਲੌਟ ਬਣ ਜਾਂਦਾ ਉਹਨੂੰ ਕੀ ਕਹਿੰਦੇ ਆ ਜੀ, ਉਹਨੂੰ ਕਹਿੰਦੇ ਆਗੇ ਅਸੀਂ ਥਰੋਮਬਸ। ਉਹਨੂੰ ਅਸੀਂ ਬੋਲਦੇ ਹਾਂ, ਉਹਦੇ ਲਈ ਜਿਹੜਾ ਨਾਮ ਹੈਗਾ ਜੀ ਉਹ ਹੈਗਾ ਸਾਡਾ ਆਪਸ਼ਨ A ਥਰੋਮਬਸ, ਹੈ ਨਾ।
ਥਰੰਬੋਸਾਈਟ ਤੋਂ ਬਣਦਾ ਜੀ ਇਹ ਥਰੰਬੋਬਸ, ਯਾਨੀ ਕਿ ਵੈਸੇ ਤਾਂ ਜਦੋਂ ਸਾਡੀਆਂ ਬਲੱਡ ਵੈਸਲ ਦੇ ਬਾਹਰੋਂ ਖੂਨ ਨਿਕਲਦਾ, ਕੋਈ ਸਾਡੀ ਚਮੜੀ ਦੇ ਸੱਟ ਲੱਗਦੀ ਹੈ ਤਾਂ ਖੂਨ ਬਾਹਰ ਆ ਕੇ ਜੰਮਣਾ ਸ਼ੁਰੂ ਹੋ ਜਾਂਦਾ। ਪਰ ਕਈ ਵਾਰ ਕਿਸੇ ਕਾਰਨ ਕਰਕੇ ਜੇਕਰ ਤੁਹਾਡੇ ਅੰਦਰ ਖੂਨ ਜੰਮਣਾ ਸ਼ੁਰੂ ਹੋ ਜਾਵੇ ਤਾਂ ਬਲੋਕੇਜ ਪੈਦਾ ਕਰ ਸਕਦਾ, ਤਾਂ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਬਲੱਡ ਕਲੌਟ, ਬਟ ਐਕਚੁਅਲ ਉਹਦਾ ਨਾਮ ਕੀ ਹੁੰਦਾ, ਥਰਮੋਬਸ। ਨੈਕਸਟ ਕੁਐਸਚਨ ਦੇਖ ਲਈਏ ਜੀ, ਸੀਵੀਅਰ ਲਾਸ ਆਫ ਬਲੱਡ ਡਿਊ ਟੂ ਟਰੋਮਾ ਇਜ਼ ਕਾਲਡ। ਜੇਕਰ ਸਾਡਾ ਬਹੁਤ ਸਾਰਾ ਬਲੱਡ ਹੈ ਜਿਹੜਾ ਉਹ ਲਾਸ ਹੋ ਜਾਂਦਾ ਤਾਂ ਉਹਨੂੰ ਅਸੀਂ ਕੀ ਕਹਾਂਗੇ, ਉਹਨੂੰ ਬੋਲਦੇ ਨੇ ਜੀ ਐਕਸਸੈਂਗੁਇਨੇਸ਼ਨ। ਤਾਂ ਉਹਦਾ ਰਾਈਟ ਆਨਸਰ ਹੈਗਾ ਐਕਸਸੈਂਗੁਏਸ਼ਨ। ਹੀਮੋਲਾਈਸਿਸ ਬੋਲਿਆ ਜਾਂਦਾ ਜੀ, ਜਦੋਂ ਸਾਡੇ RBC ਨੇ ਜਿਹੜੇ ਉਹਨਾਂ ਦੀ ਡਿਸਟਰਕਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਕੰਸਟਰਕਸ਼ਨ ਬੋਲਿਆ ਜਾਂਦਾ ਜਦੋਂ ਸਾਡੇ ਕੋਈ ਮੇਜਰ ਬ੍ਰੇਨ ਨੂੰ ਇੰਜਰੀ ਹੋ ਜਾਂਦੀ ਹੈ, ਕੋਈ ਟਰੋਮਾ ਆ ਜਾਂਦਾ, ਉਹਨੂੰ ਬੋਲਦੇ ਨੇ ਕੰਸਟਰਕਸ਼ਨ। ਨੈਕਸਟ ਕੁਐਸਚਨ ਦੇਖ ਲਿਆ ਜੀ, ਡੈਸ਼ ਇਜ਼ ਦ ਸਮਾਲ ਬ੍ਰਾਂਚ ਆਫ ਐਨ ਆਰਟਰੀ ਦੈਟ ਲੀਡਸ ਇਨਟੂ ਕੈਪਿਲਰੀ। ਤਾਂ ਹੇਠ ਲਿਖਿਆਂ ਦੇ ਵਿੱਚੋਂ ਆਰਟਰੀ ਦਾ ਕਿਹੜਾ ਭਾਗ ਹੈ ਜਿਹੜਾ ਕਿ ਕੈਪਿਲਰੀ ਤੱਕ ਪਹੁੰਚਦਾ। ਤਾਂ ਸਾਰੀਆਂ ਜਿਹੜੀਆਂ ਨਾੜੀਆਂ ਨੇ ਉਹ ਅੱਗੇ ਬਹੁਤ ਛੋਟੀਆਂ ਛੋਟੀਆਂ ਨਾੜੀਆਂ ਦੇ ਵਿੱਚ ਵੰਡੀਆਂ ਹੁੰਦੀਆਂ ਨੇ। ਜਿਵੇਂ ਆਰਟਰੀ ਹੈ ਜੀ, ਆਰਟਰੀ ਦਾ ਅੱਗੇ ਛੋਟਾ ਭਾਗ ਹੁੰਦਾ ਜਿਹੜਾ ਐਟਰੀਓਲਸ ਹੁੰਦਾ। ਐਟਰੀਓਲਸ ਨੇ ਜਿਹੜੀਆਂ ਉਹ ਜੁੜੀਆਂ ਹੁੰਦੀਆਂ ਨੇ ਕੈਪਿਲਰੀਜ਼ ਦੇ ਨਾਲ। ਇਸੇ ਤਰੀਕੇ ਨਾਲ ਵੇਨਸ ਨੇ ਜਿਹੜੀਆਂ ਉਹਨਾਂ ਦਾ ਛੋਟਾ ਭਾਗ ਬੈਨਿਓਲਸ ਹੁੰਦਾ, ਬੈਨਿਓਲਸ ਅੱਗੇ ਜੁੜੀਆਂ ਹੁੰਦੀਆਂ ਨੇ ਕੈਪਿਲਰੀਜ਼ ਦੇ ਨਾਲ। ਇੱਥੇ ਅਸੀਂ ਦੇਖ ਸਕਦੇ ਹਾਂ ਜੀ, ਜਿਵੇਂ ਸਪੋਜ਼ ਕਰੋ ਕਿ ਇਹ ਇੱਕ ਆਰਟਰੀ ਹੈ, ਵਿੱਚ ਵਾਲੇ ਭਾਗ ਨੂੰ ਲੂਮਨ ਕਿਹਾ ਜਾਂਦਾ। ਇੱਥੇ 3 ਪਰਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਟਿਊਨਿਕਾ ਬੋਲਦੇ ਹਾਂ ਅਸੀਂ। ਅਤੇ ਇੱਥੋਂ ਇਹ ਜਾਂਦੀ ਜਾਂਦੀ ਛੋਟੀ ਹੁੰਦੀ ਜਾਂਦੀ ਹੈ, ਅਤੇ ਜਿੱਥੇ ਨੇ ਕੈਪਿਲਰੀ ਨਾਲ ਅਟੈਚ ਹੋਣਾ ਹੁੰਦਾ ਉੱਥੇ ਜਾ ਕੇ ਜਿਹੜਾ ਇਹਦਾ ਭਾਗ ਰਹਿ ਜਾਂਦਾ ਉਹਨੂੰ ਬੋਲਦੇ ਨੇ ਐਟਰੀਓਲਸ। ਉਸ ਤੋਂ ਬਾਅਦ ਜਿਹੜਾ ਕੈਪਿਲਰੀਜ਼ ਨੇ ਉਹ ਖੂਨ ਆ ਜਿਹੜਾ ਯੂਜ਼ ਕਰ ਲੈਂਦੀਆਂ ਨੇ, ਖੂਨ ਆ ਜਿਹੜਾ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ ਹੈ। ਤਾਂ ਇੱਥੇ ਇੱਕ ਛੋਟਾ ਭਾਗ ਹੁੰਦਾ ਸਾਡੀਆਂ ਵੇਨਸ ਦਾ ਜਿਹਨੂੰ ਬੋਲਿਆ ਜਾਂਦਾ ਬੈਨਿਊਲਸ। ਫਿਰ ਹੌਲੀ ਹੌਲੀ ਇਹ ਵੱਡੀ ਹੁੰਦੀ ਜਾਂਦੀ ਹੈ, ਆ ਕੇ ਵੱਡੀ ਹੋ ਜਾਂਦੀ, ਇਹਨੂੰ ਅਸੀਂ ਬੋਲ ਦਿੰਦੇ ਹਾਂ ਵੇਨ। ਤਾਂ ਵਿੱਚ ਵਾਲੇ ਭਾਗ ਨੂੰ ਅਸੀਂ ਲੂਮਨ ਬੋਲ ਦਿੰਦੇ ਹਾਂ ਜੀ। ਤਾਂ ਇੱਥੇ ਇਹਨਾਂ 'ਚ ਵੀ ਵੋਲਵ ਲੱਗਿਆ ਹੁੰਦਾ ਤਾਂ ਕਿ ਪਿੱਛੇ ਆ ਜਿਹੜਾ ਖੂਨ ਉਹ ਨਾ ਜਾਵੇ। ਤਾਂ 3 ਲੇਅਰਸ ਹੁੰਦੀਆਂ ਨੇ ਇਹਨਾਂ ਦੀਆਂ, ਇਨਰ, ਮਿਡਲ ਅਤੇ ਆਊਟਰ ਲੇਅਰ, ਜਿਨ੍ਹਾਂ ਨੂੰ ਟਿਊਨਿਕਾ ਬੋਲਿਆ ਜਾਂਦਾ। ਨੈਕਸਟ ਕੁਐਸਚਨ ਦੇਖ ਲਿਆ ਜੀ, ਡੈਸ਼ ਫਾਰਮਸ ਕਲੌਟ ਵੈਨ ਬਲੱਡ ਵੈਸਲਸ ਗੈਟ ਡੈਮੇਜਡ। ਜਦੋਂ ਸਾਡੀ ਬਾਹਰੀ ਚਮੜੀ 'ਤੇ ਸੱਟ ਵੱਜਦੀ ਹੈ ਤਾਂ ਕੌਣ ਹੈ ਜਿਹੜਾ ਉਹ ਬਲੱਡ ਕਲੌਟ ਬਣਾਉਂਦਾ ਜੀ। ਤਾਂ ਰਾਈਟ ਆਨਸਰ ਹੈਗਾ ਪਲੇਟਲੈਟਸ। ਨੈਕਸਟ ਕੁਐਸਚਨ ਦੇਖ ਲਈਏ, ਡੈਸ਼ ਕੈਰੀਜ਼ ਆਕਸੀਜਨੇਟਡ ਬਲੱਡ ਟੂ ਦਾ ਲੰਗਸ ਫਰੋਮ ਦਾ ਰਾਈਟ ਵੈਂਟਰੀਕਲ। ਰਾਈਟ ਵੈਂਟਰੀਕਲ ਤੋਂ ਸਾਡੇ ਲੰਗਸ ਤੱਕ ਜਿਹੜਾ ਡੀਆਕਸੀਜਨੇਟਡ ਬਲੱਡ ਹੈ ਉਹ ਕੌਣ ਲੈ ਕੇ ਜਾਂਦਾ, ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਜੀ। ਤਾਂ ਡੀਆਕਸੀਜਨੇਟਡ ਬਲੱਡ ਸਾਡੇ ਜਿਹੜੇ ਲੰਗਸ ਨੂੰ ਲੈ ਕੇ ਜਾਂਦੇ ਨੇ ਜੀ, ਰਾਈਟ ਵੈਂਟਰੀਕਲ ਤੋਂ ਲੈ ਕੇ ਜਾਂਦੀ ਹੈ ਪਲਮਨਰੀ ਆਰਟਰੀ। ਕਿਉਂਕਿ ਖੂਨ ਨੂੰ ਦਿਲ ਚੋਂ ਬਾਹਰ ਕੱਢਣ ਦਾ ਕੰਮ ਕੌਣ ਕਰਦਾ ਹੈ, ਆਰਟਰੀ ਕਰਦੀ ਹੈ, ਕਿਉਂਕਿ ਲੰਗਸ ਕੋਲ ਜਾ ਰਿਹਾ। ਤਾਂ ਲੰਗਸ ਦਾ ਸਾਇੰਟੀਫਿਕ ਨੇਮ ਕੀ ਹੈ, ਪਲਮਨਰੀ। ਨੈਕਸਟ ਕੁਐਸਚਨ ਦੇਖ ਲਈ, ਡੈਸ਼ ਇਜ਼ ਅ ਕੰਡੀਸ਼ਨ ਵੇਅਰ ਪਲੇਕ ਬਿਲਡਸ ਅਪ ਔਨ ਦਾ ਇਨਸਾਈਡ ਆਫ ਆਰਟਰੀਜ਼। ਜੇਕਰ ਸਾਡੀਆਂ ਆਰਟਰੀਜ਼ ਦੇ ਵਿੱਚ ਪਲੇਕ ਹੈ ਜਿਹੜਾ ਵਾਧੂ ਪਦਾਰਥ ਹੈਗੇ ਨੇ, ਜਾਂ ਜਿਵੇਂ ਕੋਲੈਸਟਰੋਲ ਕਹਿ ਸਕਦੇ ਹੋ, ਚਰਬੀ ਕਹਿ ਸਕਦੇ ਹੋ, ਸਾਡੀਆਂ ਆਰਟਰੀਜ਼ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੈ, ਤਾਂ ਉਸ ਕੰਡੀਸ਼ਨ ਨੂੰ ਬੋਲਿਆ ਜਾਂਦਾ ਜੀ ਐਥਰੋਸਕਲੇਰੋਸਿਸ। ਐਥਰੋਸਕਲੇਰੋਸਿਸ ਦੇ ਵਿੱਚ ਬੇਸਿਕਲੀ ਹੁੰਦਾ ਕੀ ਹੈ ਜੀ, ਸਾਡੀ ਇਹ ਇੱਕ ਨੋਰਮਲ ਆਰਟਰੀ ਹੈਗੀ ਹੈ, ਬਲੱਡ ਵੈਸਲਸ ਹੈਗੀ ਆ, ਜਿਹਦਾ ਜਿਹੜਾ ਡਾਇਆਮੀਟਰ ਹੈ ਨਾ ਉਹ ਪੂਰੇ ਦਾ ਪੂਰਾ ਓਪਨ ਹੈਗਾ। ਕ੍ਰੋਸ ਸੈਕਸ਼ਨਲ ਏਰੀਆ ਮੂਹਰੋਂ ਦੇਖ ਸਕਦੇ ਹੋ। ਪਰ ਕਈ ਵਾਰ ਕੀ ਹੁੰਦਾ, ਜਿਵੇਂ ਤੁਸੀਂ ਜੰਕ ਫੂਡ ਜ਼ਿਆਦਾ ਖਾਂਦੇ ਹੋ ਤਾਂ ਤੁਹਾਡੇ ਅੰਦਰ ਆ ਜਿਹੜਾ ਕੋਲੈਸਟਰੋਲ ਵਧਣਾ ਸ਼ੁਰੂ ਹੋ ਜਾਂਦਾ ਜਾਂ TG ਵਧਣੇ ਸ਼ੁਰੂ ਹੋ ਜਾਂਦੇ ਨੇ। ਇਟ ਮੀਨਸ ਕੀ ਹੈ, ਤੁਹਾਡੀਆਂ ਨਾੜਾਂ ਦੇ ਵਿੱਚ ਫੈਟ ਹੈ ਜਿਹੜੀ ਉਹ ਜੰਮਣੀ ਸ਼ੁਰੂ ਹੋ ਜਾਂਦੀ ਹੈ। ਤਾਂ ਫੈਟ ਜਦੋਂ ਜੰਮਣੀ ਸ਼ੁਰੂ ਹੋ ਗਈ, ਪਹਿਲਾਂ ਤਾਂ ਪੂਰੇ ਦਾ ਪੂਰਾ ਦੇਖੋ ਰਸਤਾ ਖੁੱਲ੍ਹਾ ਸੀਗਾ, ਹੁਣ ਫੈਟ ਜੰਮਣੀ ਸ਼ੁਰੂ ਹੋਈ ਤਾਂ ਕੀ ਹੋਈ, ਰਸਤਾ ਘੱਟ ਹੋਣਾ ਸ਼ੁਰੂ ਹੋ ਗਿਆ। ਹੁਣ ਜਦੋਂ ਰਸਤਾ ਇਹ ਜਿੰਨੀ ਬ੍ਰੇਕ ਹੁੰਦੀ ਜਾਊਗੀ ਤਾਂ ਬਲੱਡ ਪ੍ਰੈਸ਼ਰ ਹੈ ਜਿਹੜਾ ਬਲੱਡ ਫਲੋ ਆ ਉਹਨਾਂ ਇੱਥੋਂ ਤੇਜ਼ ਹੁੰਦਾ ਜਾਊਗਾ। ਇੱਕ ਪਾਈਪ ਹੈ, ਜਦੋਂ ਤੁਸੀਂ ਕਿਸੇ ਪਾਈਪ ਟੂਟੀ ਚਲਾਉਣੇ ਹੋ ਤਾਂ ਜਦੋਂ ਤੁਸੀਂ ਜ਼ਿਆਦਾ ਪ੍ਰੈਸ਼ਰ ਦੇ ਨਾਲ ਪਾਣੀ ਮਾਰਨਾ ਹੁੰਦਾ ਤਾਂ ਤੁਸੀਂ ਪਾਈਪ ਦਾ ਥੋੜ੍ਹਾ ਹਿੱਸਾ ਅੱਗੇ ਤੋਂ ਦਬਾ ਲੈਂਦੇ ਹੋ, ਤਾਂ ਉਸ ਤੋਂ ਪਾਣੀ ਹੈ ਜਿਹੜਾ ਸਪੀਡ ਨਾਲ ਨਿਕਲਣਾ ਸ਼ੁਰੂ ਹੋ ਜਾਂਦਾ। ਸੇਮ ਇਟ ਇਜ਼ ਇੱਥੇ ਹੁੰਦਾ। ਤਾਂ ਕਈ ਵਾਰ ਇਹਦੇ ਨਾਲ ਹਾਰਟ ਹੈ ਜਿਹੜਾ ਉਹ ਡੈਮੇਜ ਹੋ ਸਕਦਾ, ਅਤੇ ਇਹ ਸਾਡੇ ਸਰੀਰ ਦੇ ਵਿੱਚ ਕਿਤੇ ਵੀ ਬਣ ਸਕਦਾ ਜੀ। ਜਿਹੜਾ ਇਹ ਪਲੇਕ ਹੈ ਸਾਡੇ ਪੈਰਾਂ ਦੀਆਂ ਨਾੜੀਆਂ 'ਚ ਹੋ ਸਕਦਾ, ਹੱਥਾਂ ਦੀਆਂ 'ਚ ਹੋ ਸਕਦਾ, ਜਿੱਥੇ ਵੀ ਇਹ ਬਣ ਗਿਆ ਇਹਨੇ ਕੀ ਕਰਨੀ ਹੈ, ਬਲੋਕੇਜ ਕਰ ਦੇਣੀ ਹੈ। ਨੈਕਸਟ ਕੁਐਸਚਨ ਦੇਖ ਲਈਏ ਜੀ, ਇੱਕ ਵਿਅਕਤੀ ਹੈ ਜਿਹਦਾ ਬਲੱਡ ਕਲਾਸੀਫਾਈਡ ਕੀਤਾ ਗਿਆ ਕਿ ਐਨ ਇਨਹੈਰੀਟਡ ਪ੍ਰੋਟੀਨ ਇਜ਼ ਫਾਊਂਡ। ਤਾਂ ਇਨਹੈਰੀਟਡ ਪ੍ਰੋਟੀਨ ਜਿਹੜਾ ਉਹਦਾ ਪਾਇਆ ਗਿਆ ਸਰਫੇਸ 'ਤੇ ਉਹਦੇ RBC ਦੇ 'ਤੇ, ਤਾਂ ਉਹਨੂੰ ਅਸੀਂ ਕੀ ਬੋਲਾਂਗੇ। ਤਾਂ ਅਸੀਂ ਬਲੱਡ ਨੇ ਜਿਹੜੇ ਉਹਨੂੰ ਦੋ ਰੂਪ ਦੇ ਵਿੱਚ ਕੈਟਾਗਰਾਈਜ਼ ਕੀਤਾ ਹੋਇਆ ਜੀ। ਇੱਕ ਹੈਗਾ ਪੋਜ਼ੀਟਿਵ ਗਰੁੱਪ, ਇੱਕ ਹੈਗਾ ਨੈਗੇਟਿਵ। ਤਾਂ ਪੋਜ਼ੀਟਿਵ ਗਰੁੱਪ ਹੁੰਦਾ ਜਿਹਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਪ੍ਰੋਟੀਨ ਜਿਹਨੂੰ RH ਪ੍ਰੋਟੀਨ ਬੋਲਿਆ ਜਾਂਦਾ ਪਾਇਆ ਜਾਂਦਾ, ਉਹਨੂੰ ਅਸੀਂ ਪੋਜ਼ੀਟਿਵ ਕਹਿ ਦਿੰਦੇ ਹਾਂ। ਅਤੇ ਜਿਹਦੇ ਵਿੱਚ ਉਹ ਨਹੀਂ ਹੁੰਦਾ, ਐਬਸੈਂਟ ਹੁੰਦਾ, ਉਹਨੂੰ ਅਸੀਂ ਨੈਗੇਟਿਵ ਕਹਿ ਦਿੰਦੇ ਹਾਂ। ਤਾਂ RH ਪੋਜ਼ੀਟਿਵ ਕਿਹਦਾ ਹੋਊਗਾ, ਜਿਹਦੇ ਵਿੱਚ ਇਹ ਪ੍ਰੋਟੀਨ ਹੋਊਗਾ। ਜਿਹਦਾ ਰਾਈਟ ਆਨਸਰ ਹੈਗਾ RH ਪੋਜ਼ੀਟਿਵ। ਜੇਕਰ ਨਾ ਹੁੰਦਾ ਤਾਂ ਇਹਦਾ ਆਨਸਰ ਹੁੰਦਾ ਜੀ RH ਨੈਗੇਟਿਵ। ਨੈਕਸਟ ਕੁਐਸਚਨ ਦੇਖ ਲਏ, ਇਨ ਹਿਊਮਨਸ ਡੈਸ਼ ਇਜ਼ ਦਾ ਡਿਫਰੈਂਸ ਬਿਟਵੀਨ ਸਿਸਟੋਲਿਕ ਐਂਡ ਡਿਸਟੋਲਿਕ ਪ੍ਰੈਸ਼ਰ। ਤਾਂ ਹੇਠ ਲਿਖਿਆਂ ਦੇ ਵਿੱਚੋਂ ਸਿਸਟੋਲਿਕ ਅਤੇ ਡਿਸਟੋਲਿਕ ਪ੍ਰੈਸ਼ਰ ਹੈ ਜਿਹੜਾ
ਸਿਸਟੋਲਿਕ ਤੇ ਡਿਸਟੋਲਿਕ ਪ੍ਰੈਸ਼ਰ ਹੈ ਜਿਹੜਾ ਉਹਨਾਂ ਦੇ ਵਿੱਚ ਡਿਫਰੈਂਸ ਕਿੰਨਾ ਹੁੰਦਾ, ਤਾਂ ਅਸੀਂ ਪਹਿਲਾਂ ਗੱਲ ਕੀਤੀ ਸੀਗਾ ਕਿ ਜਿਹੜਾ ਡਾਇਸਟੋਲਿਕ ਹੈ ਜੀ ਉਹ ਸਾਡਾ 80 mmHg ਹੁੰਦਾ ਤੇ ਸਿਸਟੋਲਿਕ ਹੁੰਦਾ ਜਿਹੜਾ ਵਧਿਆ ਹੋਇਆ ਹੁੰਦਾ 120 mmHg। ਤਾਂ ਉਹਨਾਂ ਦੇ ਵਿੱਚ ਡਿਫਰੈਂਸ ਕਿੰਨਾ ਜੀ 40 mmHg ਦਾ। mmHg ਦੀ ਫੁੱਲ ਫਾਰਮ ਕੀ ਹੈਗੀ ਹੈ ਜੀ, ਮਿਲੀਮੀਟਰ ਪਰ ਮਰਕਰੀ। Hg ਕਿਹਦੀ ਸ਼ਾਰਟ ਫਾਰਮ ਹੈਗੀ ਹੈ, ਮਰਕਰੀ ਦੀ। ਤਾਂ ਅੱਜ ਦੀ ਵੀਡੀਓ ਦੇ ਵਿੱਚ ਸਾਡਾ ਇੰਨਾ ਸੀ ਜੀ, ਧੰਨਵਾਦ। ਜੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕੌਮੈਂਟਸ ਕਰਨਾ, ਸਾਨੂੰ ਵੱਧ ਤੋਂ ਵੱਧ ਕੌਮੈਂਟਸ ਕਰਕੇ ਦੱਸਣਾ। ਤਾਂ ਵੀਡੀਓ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।